ਸਤਨਾਮ। ਧੰਨ ਵਾਹਿਗੁਰੂ ਸਾਹਿਬ ਜੀ। ਮਹਿਮਾ ਕੇਤਕ ਆਖੀਐ, ਬਰਨੀ ਨਹਿ ਜਾਏ। ਕੋਟ ਜਿਹਵ ਕਰ ਭਾਖੀਐ, ਤਉ ਪਾਰ ਨਾ ਪਾਏ। ਮਹਿਮਾ ਕੇਤਕ ਆਖੀਐ, ਬਰਨੀ ਨਹਿ ਜਾਏ। ਕੋਟ ਜਿਹਵ ਕਰ ਭਾਖੀਐ, ਤਉ ਪਾਰ ਨਾ ਪਾਏ। ਪ੍ਰਥਮ ਕਾਲ ਜਬ ਕਰਾ ਪਸਾਰਾ, ਓੰਕਾਰ ਤੇ ਸ੍ਰਿਸ਼ਟ ਉਪਾਰਾ। ਕਾਲ ਸੈਨ ਪ੍ਰਥਮੈ ਭਇਓ ਭੂਪਾ, ਆਦਿਕ ਅਤੁਲ ਬਲ ਰੂਪ ਅਨੂਪਾ। ਮਨ ਤਨ ਬਲਿਹਾਰੀ ਦਰਸਾਰੀ, ਕੋਟ ਕੋਟ ਬੰਦਨ ਨਮਸਕਾਰਾ। ਬਾਰੰਬਾਰ ਜਾਉ ਲਖਵਾਰੀ, ਪੂਰਨ ਪਿਤ ਗੁਰੂ ਰਾਮ ਹਮਾਰਾ। ਵਾਰੰਵਾਰ ਜਾਉ ਲਖਵਾਰੀ, ਪੂਰਨ ਪਿਤ ਗੁਰੂ ਰਾਮ ਹਮਾਰਾ। ਰਾਜਾਨ ਰਾਜ ਸਤਿਗੁਰੂ, ਭਾਨਾਨ ਭਾਨ ਸਤਿਗੁਰੂ। ਦੇਵਾਨ ਦੇਵ ਉਪਮਾ ਮਹਾਨ ਸਤਿਗੁਰੂ। ਧੰਨ ਧੰਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਜੁੜ ਬੈਠੇ ਗੁਰੂ ਸਰੂਪ ਗੁਰੂ ਖਾਲਸਾ ਸੰਗਤ ਜੀ। ਸਤਿਗੁਰੂ ਦੀ ਅਪਾਰ ਰਹਿਮਤ ਦੇ ਨਾਲ ਇਹ ਭਾਗਾਂ ਵਾਲਾ ਦਿਨ ਨਸੀਬ ਹੋਇਆ, ਕਿਉਂਕਿ ਇੱਕ ਵਾਰੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੂੰ ਪੁੱਛਿਆ ਕਿ ਇਨਸਾਨ ਵਾਸਤੇ ਚੰਗੇ ਭਾਗਾਂ ਦੀ ਨਿਸ਼ਾਨੀ ਕੀ ਹੈ, ਤੇ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਜੀ ਨੇ ਜਵਾਬ ਦਿੱਤਾ, ਆ ਹਜ਼ੂਮੇ ਖੁਸ਼ ਕੇ ਬਹਿਰੇ ਜ਼ਿੰਦਗੀਸਤ, ਆ ਹਜ਼ੂਮੇ ਖੁਸ਼ ਕੇ ਬਹਿਰੇ ਬੰਦਗੀਸਤ। ਸਿੱਖਾ, ਜਿਸ ਦਿਨ ਉਹ ਸੰਗਤ ਦਾ ਇਕੱਠ ਨਸੀਬ ਹੋ ਜਾਵੇ, ਜਿਸ ਸੰਗਤ ਦੇ ਇਕੱਠ ਦੇ ਵਿੱਚ ਕੇਵਲ ਇੱਕ ਓੰਕਾਰ ਦੀ ਗੱਲ ਹੈ, ਜਿਸ ਸੰਗਤ ਦੇ ਇਕੱਠ ਵਿੱਚ ਕੇਵਲ ਪਰਮਾਤਮਾ ਦੇ ਨਿਰੰਕਾਰ ਸਰੂਪ ਦੀ ਗੱਲ ਹੈ, ਬਸ ਉਸ ਦਿਨ ਸਮਝੀ ਉਸ ਤੋਂ ਵੱਧ ਚੰਗੇ ਭਾਗ ਤੈਨੂੰ ਕਦੇ ਮਿਲ ਹੀ ਨਹੀਂ ਸਕਦੇ। ਸੋ ਆਓ ਐਸੇ ਭਾਗਾਂ ਨੂੰ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਲੇਖੇ ਵਿੱਚ ਲਾ ਕਰਕੇ ਸਤਿਗੁਰੂ ਦੇ ਜੀਵਨਾਂ ਦੇ ਵਿੱਚੋਂ ਸਿੱਖਿਆ ਲੈ ਕੇ ਆਪਣੇ ਜੀਵਨ ਵਿੱਚ ਇਬਾਦਤ ਦੀ ਕ੍ਰਾਂਤੀ ਛੇੜੀਏ। ਪਰ ਮੇਰੀ ਬੇਨਤੀ ਹੈ, ਸਭ ਤੋਂ ਪਹਿਲਾਂ ਸਤਿਗੁਰਾਂ ਨੂੰ ਨਮਸਕਾਰ ਕਰੀਏ। ਦੋਵੇਂ ਹੱਥ ਜੋੜ ਕਰਕੇ ਸਾਹਿਬਾਂ ਨੂੰ ਸੀਸ ਝੁਕਾਉਂਦੇ ਹੋਏ ਪ੍ਰੇਮ ਸਹਿਤ ਉਚਾਰਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚੋਜੀ ਪਿਆਰੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਆਪਣੀ ਪਾਵਨ ਬਾਣੀ ਦੇ ਅੰਦਰ ਮੁਬਾਰਕ ਬੋਲ ਕਹੇ, ਸ਼੍ਰੀ ਗੁਰੂ ਨਾਨਕ ਆਪ ਪਰਮੇਸ਼ਵਰ ਅਵਤਾਰ ਲਿਓ ਸ਼ੁਭ ਵੰਸ਼ ਪ੍ਰਧਾਨਾ। ਪੂਰਬ ਜੋਤ ਪਠੈ ਦੇ ਆਇਸ ਤੇ ਸਭ ਆਪਨ ਮਤ ਉਰਜਾਨਾ। ਧੰਨ ਗੁਰੂ ਗੋਬਿੰਦ ਸਿੰਘ ਕਹਿੰਦੇ, ਇਸ ਸੰਸਾਰ ਦੇ ਤਖਤੇ ਦੇ ਉੱਤੇ ਨਿਰੰਕਾਰ ਦੀ ਆਮਦ ਹੋਈ ਹੈ ਤੇ ਨਿਰੰਕਾਰ ਨੇ ਆਪਣੇ ਆਪ ਨੂੰ ਨਾਨਕ ਸਦਵਾਇਆ ਹੈ। ਪਰ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਕਹਿੰਦੇ, ਇਹ ਨਹੀਂ ਕਿ ਗੁਰੂ ਨਾਨਕ ਸਾਹਿਬ ਤੋਂ ਪਹਿਲਾਂ ਕੋਈ ਓਲੀਏ ਅਵਤਾਰ ਗੰਧਰਵ ਫਰਿਸ਼ਤੇ ਨਹੀਂ ਹੋਏ। ਸਤਿਗੁਰੂ ਕਹਿੰਦੇ, ਪਹਿਲਾਂ ਵੀ ਓਲੀਏ ਅਵਤਾਰ ਗੰਧਰਵ ਫਰਿਸ਼ਤੇ ਹੋਏ ਹਨ। ਪੂਰਬ ਜੋਤ ਪਠੈ ਦੇ ਆਇਸ, ਪਹਿਲਾਂ ਵੀ ਉਹਦੀਆਂ ਜੋਤਾਂ ਆਉਂਦੀਆਂ ਰਹੀਆਂ, ਪਰ ਤੇ ਸਭ ਆਪਨ ਮਤ ਰੁਝਾਨਾ। ਹਰ ਇੱਕ ਪੀਰ ਪੈਗੰਬਰ ਓਲੀਏ ਅਵਤਾਰ ਨੇ ਆਪਣੀ ਮੱਤ ਚਲਾਈ, ਪਰ ਆਪਣੀ ਮੱਤ ਚਲਾ ਕੇ ਆਪਣਾ ਨਾਮ ਜਪਾਉਣ ਲੱਗ ਗਏ ਤੇ ਉਸ ਇੱਕ ਓੰਕਾਰ ਦੇ ਨਾਮ ਦੀ ਕਿਸੇ ਨੇ ਗੱਲ ਹੀ ਨਹੀਂ ਕੀਤੀ। ਖਾਲਸਾ ਜੀ, ਇਸ ਕਰਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੰਸਾਰ ਦੇ ਤਖਤੇ ਤੇ ਪ੍ਰਗਟ ਹੋਏ ਨੇ
ਤੇ ਜੇ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਆਉਣ ਦੇ ਕਾਰਨ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਸਮੁੱਚੇ ਜੀਵਨ ਦੀ ਸਿੱਖਿਆਵਾਂ, ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਦੇ ਸਾਰ ਤੱਤ ਨੂੰ ਕੇਵਲ ਇੱਕ ਸ਼ਬਦ ਦੇ ਵਿੱਚ ਬਿਆਨ ਕਰਨਾ ਹੋਵੇ ਤੇ ਉਹ ਸਤਿਗੁਰੂ ਦਾ ਐਸਾ ਬ੍ਰਹਮ ਵਾਕ ਹੈ ਜਿਹੜਾ ਸਾਡੀ ਰਸਨਾ ਤੇ ਰੋਜ਼ਾਨਾ ਆਉਂਦਾ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਜੀਵਨ ਨੂੰ ਇੱਕੋ ਸ਼ਬਦ ਦੇ ਵਿੱਚ ਬਿਆਨ ਕਰਨ ਵਾਸਤੇ ਆਪਾਂ ਸ਼ਬਦ ਵਰਤਾਂਗੇ ਇੱਕ ਓੰਕਾਰ, ਕਿਉਂਕਿ ਸਤਿਗੁਰੂ ਦੇ ਆਉਣ ਦਾ ਮਿਸ਼ਨ ਵੀ ਇੱਕ ਓੰਕਾਰ ਹੈ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਜੀਵਨ ਸਿੱਖਿਆ ਵੀ ਇੱਕ ਓੰਕਾਰ ਤੇ ਟਿਕੀ ਹੈ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੀ ਬਾਣੀ ਦਾ ਸਾਰ ਤੱਤ ਵੀ ਇੱਕ ਓੰਕਾਰ ਹੈ। ਬਸ ਇਹੋ ਕਾਰਨ ਹੈ ਵੀ ਕਲਯੁਗ ਦੇ ਅੰਦਰ ਸਾਰੇ ਆਪਣੀ ਮੱਤ ਵਿੱਚ ਉਲਝ ਗਏ, ਪਰ ਗੁਰੂ ਨਾਨਕ ਦੇ ਨਾਮ ਦਾ ਡੰਕਾ ਤਾਂ ਵੱਜਦਾ ਹੈ ਕਿਉਂਕਿ ਗੁਰੂ ਨਾਨਕ ਨੇ ਆਪਣਾ ਨਹੀਂ ਬਲਕਿ ਇੱਕ ਓੰਕਾਰ ਦੇ ਨਾਮ ਦੇ ਨਾਲ ਜੋੜ ਦਿੱਤਾ। ਖਾਲਸਾ ਜੀ, ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਭਾਵੇਂ ਅਚਲ ਬਟਾਲੇ ਦੀ ਗੱਲ ਕਰੀਏ, ਭਾਵੇਂ ਨਾਨਕ ਮਤੇ ਦੀ ਗੱਲ ਕਰੀਏ, ਭਾਵੇਂ ਸੁਮੇਰ ਪਰਬਤ ਦੀ ਗੱਲ ਕਰੀਏ, ਜਿਹੜੇ ਸਿੱਧ ਪੁਰਸ਼ ਜੋਗੀ ਪੁਰਸ਼ ਆਪਣੇ ਕੋਲ ਰਿੱਧੀਆਂ ਸਿੱਧੀਆਂ ਦਾ ਭੰਡਾਰਾ ਲੈ ਕਰਕੇ ਬੈਠੇ ਆ, ਜਿਹੜੇ ਆਪਣੀ ਰਿੱਧੀਆਂ ਸਿੱਧੀਆਂ ਨਾਲ ਵਰ ਵੀ ਦਿੰਦੇ ਆ, ਸ਼ਰਾਪ ਵੀ ਦਿੰਦੇ ਆ, ਲੋਕ ਉਹਨਾਂ ਜੋਗੀਆਂ ਤੋਂ ਡਰੇ ਹੋਏ, ਸਹਿਮੇ ਹੋਏ ਉਹਨਾਂ ਜੋਗੀਆਂ ਦਾ ਪਾਣੀ ਭਰਦੇ ਆ ਕਿ ਕਿਤੇ ਸਾਨੂੰ ਸ਼ਰਾਪ ਨਾ ਦੇ ਦੇਣ। ਪਰ ਜਦੋਂ ਉਹਨਾਂ ਜੋਗੀਆਂ ਦੀ, ਉਹਨਾਂ ਸਿੱਧਾਂ ਦੀ ਗੁਰੂ ਨਾਨਕ ਦੇ ਨਾਲ ਮੁਲਾਕਾਤ ਹੋਈ ਤੇ ਉਹਨਾਂ ਸਿੱਧਾਂ ਦੀਆਂ ਕਰਾਮਾਤਾਂ, ਉਹਨਾਂ ਸਿੱਧਾਂ ਦੀਆਂ ਅਜ਼ਮਤਾਂ ਧੰਨ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਦੇ ਸਾਹਮਣੇ ਫਿੱਕੀਆਂ ਪੈ ਗਈਆਂ। ਜਦੋਂ ਅਚਲ ਬਟਾਲੇ ਦੀ ਧਰਤੀ ਤੇ ਗਏ, ਉੱਥੇ ਵੀ ਸਿੱਧ ਝੁਕ ਗਏ। ਨਾਨਕ ਮਤੇ ਦੀ ਧਰਤੀ ਤੇ ਗਏ, ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਦੇ ਸਾਹਮਣੇ ਸਿੱਧ ਪੁਰਸ਼ ਆਪਣੀ ਅਜ਼ਮਤ ਵਿਖਾਉਂਦੇ ਆ, ਪਰ ਸਤਿਗੁਰੂ ਗੁਰੂ ਨਾਨਕ ਸਾਹਿਬ ਦੀ ਅਜ਼ਮਤ ਇਸ ਤਰ੍ਹਾਂ ਹੈ ਜਿਵੇਂ ਸਾਗਰ ਨੱਕਾ ਨੱਕ ਭਰਿਆ ਹੋਵੇ, ਤੇ ਉਹਨਾਂ ਸਿੱਧਾਂ ਦੀ ਅਜ਼ਮਤ ਇਸ ਤਰ੍ਹਾਂ ਜਿਵੇਂ ਅੱਧਾ ਚਮਚ ਪਾਣੀ ਦਾ ਭਰਿਆ ਹੋਵੇ। ਗੁਰੂ ਨਾਨਕ ਦੀ ਅਜ਼ਮਤ, ਗੁਰੂ ਨਾਨਕ ਦੀ ਕਰਾਮਾਤ ਦੀ ਬਰਾਬਰੀ ਕੋਈ ਨਹੀਂ। ਤੇ ਜੇ ਸਤਿਗੁਰੂ ਨੇ ਸੁਮੇਰ ਪਰਬਤ ਤੇ ਸਿੱਧਾਂ ਨਾਲ ਮੁਲਾਕਾਤ ਕੀਤੀ, ਵੱਖ-ਵੱਖ ਤਰ੍ਹਾਂ ਦੀਆਂ ਕਰਾਮਾਤਾਂ ਵਿਖਾਈਆਂ, ਰਿੱਧੀਆਂ ਸਿੱਧੀਆਂ ਵਿਖਾਈਆਂ, ਪਰ ਗੁਰੂ ਨਾਨਕ ਤੇ ਨਹੀਂ ਪ੍ਰਭਾਵ ਪਿਆ। ਤੇ ਉਹਨਾਂ ਸਿੱਧ ਪੁਰਸ਼ਾਂ ਨੇ, ਤੇ ਕੇਵਲ ਸਿੱਧਾਂ ਨੇ, ਜੋਗੀਆਂ ਨੇ ਨਹੀਂ, ਬਲਕਿ ਜਿਨ੍ਹਾਂ ਨੂੰ ਲੋਕ ਜ਼ਹਿਰੀ ਪੀਰ ਕਿਹਾ ਕਰਦੇ ਸਨ ਕਿ ਜੇ ਇਸ ਪੀਰ ਨੂੰ ਸੀਸ ਝੁਕਾ ਕੇ ਨਾ ਲੰਘੇ ਇਹ ਸਾਡੇ ਮੰਜੇ ਪਲਟਾ ਦੇਵੇਗਾ, ਜੇ ਇਸ ਪੀਰ ਨੂੰ ਸਿਜਦਾ ਨਾ ਕੀਤਾ ਸਾਡੇ ਕੰਮ ਪੁੱਠੇ ਪਾ ਦੇਵੇਗਾ, ਜੇ ਇਸ ਪੀਰ ਨੂੰ ਸਿਜਦਾ ਨਾ ਕੀਤਾ ਸਾਡੇ ਪਰਿਵਾਰ ਖਤਮ ਕਰ ਦੇਵੇਗਾ। ਐਸੇ ਐਸੇ ਅਜ਼ਮਤਾਂ ਵਾਲੇ ਪੀਰ ਤੇ ਸਿੱਧ ਪੁਰਸ਼ ਗੁਰੂ ਨਾਨਕ ਦੇ ਸਾਹਮਣੇ ਝੁਕ ਗਏ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿਣ ਲੱਗੇ, ਕਹਿੰਦੇ ਇਲਮ ਸਾਡੇ ਕੋਲ ਵੀ ਬਹੁਤ ਨੇ, ਬੈਂਤ ਸਾਡੇ ਕੋਲ ਵੀ ਬਹੁਤ ਨੇ, ਮੰਤਰ ਸਾਡੇ ਕੋਲ ਵੀ ਬਹੁਤ ਨੇ, ਤੰਤਰ ਸਿੱਧਿਆ ਸਾਡੇ ਕੋਲ ਵੀ ਬਹੁਤ ਹੈ, ਪਰ ਇਹ ਬਾਬਾ ਨਾਨਕ ਤੇਰੇ ਕੋਲ ਕਿਹੜੀ ਸਿੱਖਿਆ ਹੈ, ਤੇਰੇ ਕੋਲ ਕਿਹੜਾ ਬੈਂਤ ਹੈ, ਤੇਰੇ ਕੋਲ ਕਿਹੜਾ ਮੰਤਰ ਹੈ ਕਿ ਤੇਰੇ ਮੰਤਰ ਦੇ ਸਾਹਮਣੇ ਸਾਡੇ ਸਾਰਿਆਂ ਦੇ ਮੰਤਰ ਫੇਲ ਹੋ ਗਏ, ਤੇਰੇ ਬ੍ਰਹਮ ਵਾਕ ਦੇ ਸਾਹਮਣੇ ਸਾਡੇ ਕਾਲੇ ਇਲਮ ਵੀ ਵਿਅਰਥ ਚਲੇ ਗਏ। ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ, ਸਿੱਧੋ ਐ ਪੀਰ ਪੁਰਸ਼ੋ, ਮੇਰੇ ਕੋਲ ਐਸਾ ਬ੍ਰਹਮ ਵਾਕ ਹੈ ਜਿਹੜਾ ਸੰਸਾਰ ਵਿੱਚ ਨਹੀਂ ਬਣਿਆ ਬਲਕਿ ਉਹ ਨਿਰੰਕਾਰ ਦੀ ਦਰਗਾਹ ਵਿੱਚ ਹੀ ਹੋਂਦ ਵਿੱਚ ਆਇਆ। ਸਿੱਧਾਂ ਨੇ ਪੁੱਛਿਆ ਕਿਹੜਾ ਬ੍ਰਹਮ ਵਾਕ ਹੈ ਗੁਰੂ ਨਾਨਕ ਦੇ ਕੋਲ, ਤੇ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹ ਬ੍ਰਹਮ ਵਾਕ ਉਚਾਰਿਆ, ਇੱਕ ਓੰਕਾਰ। ਇਸ ਬ੍ਰਹਮ ਵਾਕ ਦੇ ਸਾਹਮਣੇ ਉਹਨਾਂ ਸਿੱਧਾਂ, ਉਹਨਾਂ ਪੀਰਾਂ ਦੇ ਜੰਤਰ ਮੰਤਰ ਤੰਤਰ ਵੀ ਵਿਅਰਥ ਚਲੇ ਗਏ। ਕਿਉਂਕਿ ਕਲਗੀਧਰ ਪਾਤਸ਼ਾਹ ਜੀ ਨੂੰ ਇੱਕ ਦਿਨ ਕਿਸੇ ਨੇ ਪੁੱਛਿਆ ਕਿ ਮਹਾਰਾਜ ਇਸ ਇੱਕ ਓੰਕਾਰ ਦੀ ਅਜ਼ਮਤ ਕੀ ਹੈ, ਇੱਕ ਓੰਕਾਰ ਦੀ ਤਾਕਤ ਕੀ ਹੈ। ਚੌਜੀ ਪਿਆਰੇ ਸਤਿਗੁਰੂ ਕਹਿਣ ਲੱਗੇ, ਸਿੱਖੋ ਇੱਕ ਓੰਕਾਰ ਦੀ ਤਾਕਤ ਹੈ, ਨਾ ਜੰਤਰ ਮੈਂ ਨਾ ਤੰਤਰ ਮੈਂ ਨਾ ਮੰਤਰ ਬਾਸੇ ਆਵਈ, ਪੁਰਾਨਿਓ ਕੁਰਾਨ ਨੇਤ ਨੇਤ ਕਹਿ ਬਤਾਵਈ। ਸਿੱਖੋ ਇਹ ਇੱਕ ਓੰਕਾਰ ਦੇ ਬ੍ਰਹਮ ਵਾਕ ਦੀ ਤਾਕਤ ਹੈ। ਕੋਈ ਜਿਤਨਾ ਮਰਜੀ ਜ਼ੋਰ ਲਾ ਲਵੇ,
दुनिया एक पासे हो जावे, तेरा नुकसान करना चाहे, पर जे तेरी रसना दे उत्ते एक ओंकार दा जाप टिकिया होएगा ते तेरा कोई वाल विंगा भी नहीं कर सकता। खालसा जी एक कारण सी, चमकौर दी गढ़ी दे विचों 2 लखते जिगर शहीद करवा के कलगियां वाले पातशाह जदों माछीवाड़े दे जंगलां विच पहुंचे, कहंदे उस वक्त भाई दया सिंह, भाई मान सिंह ਉਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਨੂੰ ਮਿਲਦੇ ਆ। ਕਲਗੀਆਂ ਵਾਲੇ ਪਾਤਸ਼ਾਹ ਨੂੰ ਕਹਿਣ ਲੱਗੇ, ਸਤਿਗੁਰੂ ਆਪਾਂ 3 ਜਾਣੇ ਆ, ਦੁਸ਼ਮਣ ਦੀਆਂ ਫੌਜਾਂ ਹਜੇ ਵੀ ਲੱਖਾਂ ਦੀ ਤਾਦਾਦ ਵਿੱਚ ਸਾਡਾ ਪਿੱਛਾ ਕਰ ਰਹੀਆਂ। ਤੇ ਧੰਨ ਗੁਰੂ ਗੋਬਿੰਦ ਸਿੰਘ ਕਹਿਣ ਲੱਗੇ, ਦਇਆ ਸਿੰਘਾਂ ਆਪਾਂ 3 ਨਹੀਂ ਆਪਾਂ 4 ਆ। ਭਾਈ ਦਇਆ ਸਿੰਘ ਨੇ ਕਿਹਾ, ਮਹਾਰਾਜ 4 ਕਿਵੇਂ? ਇੱਕ ਆਪ, ਇੱਕ ਮੈਂ, ਭਾਵ ਇੱਕ ਭਾਈ ਦਇਆ ਸਿੰਘ, ਇੱਕ ਭਾਈ ਮਾਨ ਸਿੰਘ ਤੇ ਤੀਸਰੇ ਧੰਨ ਗੁਰੂ ਗੋਬਿੰਦ ਸਿੰਘ, ਆਪਾਂ 3 ਹੋਏ। ਤੇ ਕਲਗੀਧਰ ਪਾਤਸ਼ਾਹ ਜੀ ਨੇ ਜ਼ਫਰਨਾਮੇ ਦੇ ਵਿੱਚ ਵੀ ਦਰਜ ਕੀਤਾ, ਕਹਿੰਦੇ ਦਇਆ ਸਿੰਘਾ ਹਕੇ ਯਾਰ ਬਾਸ਼ਦ ਕੇ ਦੁਸ਼ਮਨ ਕੁਨਦ, ਅਗਰ ਦੁਸ਼ਮਨੀ ਰਾ ਬਸਤਨ ਕੁਨਦ। ਦਇਆ ਸਿੰਘਾ ਚੇਤੇ ਰੱਖੀ, ਭਾਵੇਂ ਅਰਬਾਂ ਖਰਬਾਂ ਦੀ ਤਾਦਾਦ ਵਿੱਚ ਵੀ ਦੁਸ਼ਮਣ ਦੀਆਂ ਫੌਜਾਂ ਚੜ ਕੇ ਆ ਜਾਣ, पर साडे नाल ओ एक ओंकार है, ते जिहदे नाल एक ओंकार हो जांदा है, दुनिया दियां अरबां दी तादाद विच फौजां भी ओदा कुछ बिगाड़ नहीं सकदियां। ओ है कलगियां वाले दे नाल। इसे करके धन गुरु गोबिंद सिंह महाराज जी ने उस औरंगे नूं कह दिता सी कि औरंगिया की होया, अज फौजां मेरे कोल नहीं, अज साज मेरे कोल नहीं, अज मेरे कोल मेरे लखते जिगर भी नहीं, ना साजो ना बाजो ना फौजो ना फर्श, खुदावंद बख्शिंद ओ ऐश अर्श। चेते रखी औरंगिया, भावें सारी दुनिया साथ छड़ जावे, पर कलगियां वाले कोल एक ओंकार दा साथ है, उस साथ नूं कलगियां वाले तो कदे कोई विछोड़ नहीं सकदा। जदों खालसा जी जदों झंडे कला दी धरती दे उत्ते फकीर वलैत शाह ने पुछया ना, जदों डल्ला भी गुरु गोबिंद सिंह जी का साथ छड़ गया, ते उस फकीर ने क्या ना डल्ला ना वल्ला, गुरु रह गया कला। ते कलगियां वाले हस के कहन लगे, फकीरा ना डल्ला ना वल्ला, गुरु कदे ना कला, गुरु नाल सदा ही अल्लाह, के गुरु कदे कला नहीं। वो सतगुरु सानू सिक्ख्या दे रहे सन कि एक ओंकार दी ऐसी ताकत है सिखा, जे तू रसना ते टका लवें, दुनिया एक पासे हो जावे, तेनू मारना चाहे, तेनू मकाउणा चाहे, पर चेते रखी एक ओंकार जपण वालियां दा कोई वाल भी विंगा नहीं कर सकता। खालसा जी आ पानीपत दी धरती कोई बहुती दूर नहीं। मैं पहला सिद्धां दी आप जी नूं झलक सांझी कीती कि सिद्धां ने किस तरह किया, सिद्ध बोलन शुभ बचन, धन नानक तेरी वड्डी कमाई। वो कमाई वड्डी क्यों सी? लोक मंत्र पढ़दे आ, लोक काले इलम सिद्ध करदे आ, पर गुरु नानक ने वो ब्रह्म वाक दरगाह तो लिया के दिता, जिदे अगे काले इलम भी व्यर्थ चले गए। इस पानीपत दी धरती तो एक पीर होया, कहंदे बड़ा जहरी पीर मन्निया गया, भी जेड़ा सिर ना झुका के जावे ओदा काम नहीं रास आउंदा। उस पीर दा नाम सी शाह शरफ। कहंदे बगदाद तो कुछ के मीलों की दूरी ते एक शहर है कुफा। सतगुरु गुरु नानक साहब महाराज सच्चे पातशाह उस धरती ते विचर रहे ने। सतगुरु गुरु नानक साहब महाराज ने वेख्या एक फकीरां दा टोला ऊठां ते सवार होके मक्के मदीने वाल जा रहा है। कहंदे सतगुरु गुरु नानक साहब महाराज सच्चे पातशाह जी भाई मरदाने नूं कहंदे, मरदानिया चल थोड़ा काली नाल तुरीए, क्योंकि सतगुरु तां पैदल चल रहे ने, फकीरां दा टोला ऊंट ते सवार है, शाह शरफ दी सरदारी दे विच पीरां दा टोला जा रहा। कहंदे गुरु नानक साहब तेजी दे नाल शाह शरफ पीर दे ऊंट दे अगे होके तुरन लग पे। शाह शरफ कहंदा अपने सेवक नूं
ਕਹਿੰਦਾ ਵੀ ਸਾਰੇ ਫਕੀਰ ਮੇਰੇ ਪਿੱਛੇ ਤੁਰਦੇ ਆ, ਇਹ ਕਿਹੜਾ ਜਿਹੜਾ ਮੇਰਾ ਅੱਗੇ ਹੋ ਕੇ ਤੁਰ ਰਿਹਾ? ਜਾਓ ਪੁੱਛੋ ਇਸ ਨੂੰ ਇਹ ਕੌਣ ਹੈ। ਕਹਿੰਦੇ ਸ਼ਾਹ ਸ਼ਰਫ ਦਾ ਸੇਵਕ ਗਿਆ ਗੁਰੂ ਨਾਨਕ ਸਾਹਿਬ ਕੋਲ, ਜਾ ਕੇ ਪਹਿਲਾਂ ਉਸਨੇ ਕਿਹਾ ਵਾਲੇਕੁਮ ਸਲਾਮ, ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਵਾਬ ਨਾ ਦਿੱਤਾ। ਕਹਿੰਦਾ ਕੀ ਗੱਲ, ਸਲਾਮ ਦਾ ਜਵਾਬ ਨਹੀਂ ਦਿੰਦੇ? ਸਤਿਗੁਰੂ ਕਹਿੰਦੇ ਮੈਂ ਵੀ ਸਲਾਮ ਕਰਦਾ, ਪਰ ਮੈਂ ਸਲਾਮ ਕਰਦਾ ਅਲੇਖ ਕੋ ਸਲਾਮ ਹੈ ਇਹ ਪੀਰ ਕੇ ਦਸਤਵੇਸ਼। ਕਹਿੰਦੇ ਗੁਰੂ ਨਾਨਕ ਦੀ ਸਲਾਮ ਹੈ, ਪਰ ਉਸ ਇੱਕ ਓੰਕਾਰ ਨੂੰ ਸਲਾਮ ਹੈ ਜਿਹੜਾ ਲੇਖੇ ਜੋਖੇ ਵਿੱਚ ਨਹੀਂ ਆਉਂਦਾ, ਜਿਹੜਾ ਜਨਮ ਵਿੱਚ ਨਹੀਂ ਆਉਂਦਾ, ਜਿਹੜਾ ਕਾਲ ਵਿੱਚ ਨਹੀਂ ਆਉਂਦਾ। ਧੰਨ ਗੁਰੂ ਨਾਨਕ ਸਾਹਿਬ ਨੇ ਕਿਹਾ ਅਲੇਖ ਕੋ ਸਲਾਮ ਹੈ ਇਹ ਪੀਰ ਕੇ ਦਸਤਵੇਸ਼। ਕਹਿੰਦੇ ਉਸ ਪੀਰ ਨੇ, ਪੀਰ ਦੇ ਸੇਵਕ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਪੁੱਛਿਆ, ਕਹਿੰਦਾ ਤੁਸੀਂ ਕੌਣ ਹੋ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਹੱਸ ਕੇ ਕਹਿੰਦੇ ਹਿੰਦੂ ਕਹਾਂ ਤਾਂ ਮਾਰੀਅਨ, ਮੁਸਲਮਾਨ ਵੀ ਹੋ ਨਾ, ਪਾਂਚ ਤਤ ਕੋ ਪੂਤਲਾ ਨਾਨਕ ਮੇਰਾ ਨਾਂ। ਸਤਿਗੁਰੂ ਕਹਿੰਦੇ ਜੇ ਮੈਂ ਕਿਹਾ ਵੀ ਮੈਂ ਹਿੰਦੂ ਆ ਤੁਸੀਂ ਝਗੜਾ ਕਰੋਗੇ, ਤੇ ਮੁਸਲਮਾਨ ਮੈਂ ਹੈ ਨਹੀਂ। ਕਹਿੰਦੇ ਮੈਂ ਕਿਸੇ ਮਜ਼ਹਬ ਦੀ ਬੰਦਸ਼ ਵਿੱਚ ਬੰਨਿਆ ਹੋਇਆ ਨਹੀਂ, ਬਲਕਿ ਮੈਂ ਪੰਜਾਂ ਤੱਤਾਂ ਦਾ ਪੁਤਲਾ ਰੱਬ ਦਾ ਬਣਾਇਆ ਹੋਇਆ ਨਾਨਕ। ਉਹਨੇ ਵੇਖਿਆ ਵੀ ਇਹ ਤੇ ਕੋਈ ਤਗੜਾ ਫਕੀਰ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਇਹ ਜਵਾਬ ਸੇਵਕ ਨੇ ਜਾ ਕੇ ਪੀਰ ਨੂੰ ਦੱਸਿਆ। ਕਹਿੰਦੇ ਪੀਰ ਖੁਦ ਚੱਲ ਕੇ ਆਇਆ, ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਕਿੱਧਰ ਜਾ ਰਹੇ ਹੋ? ਸਤਿਗੁਰੂ ਕਹਿੰਦੇ ਜਿੱਧਰ ਸਾਰੀ ਦੁਨੀਆ ਜਾ ਰਹੀ ਹੈ ਉਧਰ ਹੀ ਜਾ ਰਿਹਾ। ਕਹਿਣ ਲੱਗਾ ਕਿ ਫਕੀਰ ਤਾਂ ਤੂੰ ਮੰਨਿਆ ਹੈ, ਪਰ ਮੈਂ ਤੈਨੂੰ ਤਾਂ ਮੰਨਾਂ ਤਾਂ ਸਲਾਮ ਕਰਾਂ ਜੇ ਮੇਰੇ ਇੱਕ ਸਵਾਲ ਦਾ ਜਵਾਬ ਦੇ ਦੇਵੇਂ। ਗੁਰੂ ਨਾਨਕ ਸਾਹਿਬ ਨੇ ਕਿਹਾ ਫਰਮਾਓ। ਸ਼ਾਹ ਸ਼ਰਫ ਕਹਿੰਦਾ ਵੀ ਐ ਕੁਦਮ ਸ਼ੈ ਅਸਤ ਗੁਰ ਖੁਦਾ ਖਵਾਹਦ ਨਮੋ ਪੈਦਾ ਸ਼ਬਦ। ਕਹਿੰਦੇ ਦੁਨੀਆ ਦੇ ਵਿੱਚ ਸਾਰੇ ਦੱਸਦੇ ਨੇ ਰੱਬ ਆ ਕਰ ਸਕਦਾ ਹੈ, ਰੱਬ ਆ ਕਰ ਸਕਦਾ ਹੈ, ਪਰਮਾਤਮਾ ਆ ਵੀ ਕਰ ਸਕਦਾ ਹੈ, ਪਰਮਾਤਮਾ ਆ ਵੀ ਕਰ ਸਕਦਾ ਹੈ। ਐ ਬਾਬਾ ਨਾਨਕ ਤੂੰ ਮੈਨੂੰ ਇਹ ਦੱਸ ਵੀ ਪਰਮਾਤਮਾ ਦੁਨੀਆ ਤੇ ਕਿਹੜਾ ਕੰਮ ਨਹੀਂ ਕਰ ਸਕਦਾ? ਸਾਰੇ ਹੀ ਕਹਿੰਦੇ ਆ ਨਾ ਪਰਮਾਤਮਾ ਸਭ ਕੁਝ ਕਰ ਸਕਦਾ ਹੈ, ਪਰਮਾਤਮਾ ਕੰਮ ਸਵਾਰ ਸਕਦਾ ਹੈ, ਪਰਮਾਤਮਾ ਮੌਤ ਤੋਂ ਬਚਾ ਸਕਦਾ ਹੈ, ਪਰਮਾਤਮਾ ਦੁੱਖ ਕੱਟ ਸਕਦਾ ਹੈ, ਪਰ ਕਿਹੜਾ ਕੰਮ ਹੈ ਜਿਹੜਾ ਪਰਮਾਤਮਾ ਚਾਹ ਕੇ ਵੀ ਨਹੀਂ ਕਰ ਸਕਦਾ? ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿਣ ਲੱਗੇ ਐ ਖੁਦਾ ਅਸਤ ਗਰ ਖੁਦਾ ਖਵਾਹਦ ਖੁਦਾਇੰਦ ਦਿਗਰ ਨਮੋ ਪੈਦਾ ਸ਼ਬਦ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਪੀਰ ਸਾਈਂ ਪਰਮਾਤਮਾ ਇੱਕ ਕੰਮ ਚਾਹ ਕੇ ਵੀ ਨਹੀਂ ਕਰ ਸਕਦਾ। ਪੁੱਛਿਆ ਜੀ ਕੀ? ਗੁਰੂ ਨਾਨਕ ਸਾਹਿਬ ਕਹਿੰਦੇ ਉਹ ਪਰਮਾਤਮਾ ਚਾਹ ਕੇ ਵੀ ਆਪਣੇ ਬਰਾਬਰ ਦੂਸਰਾ ਪਰਮਾਤਮਾ ਖੜਾ ਨਹੀਂ ਕਰ ਸਕਦਾ। ਪਰਮਾਤਮਾ ਇੱਕ ਹੈ ਤੇ ਸਦਾ ਇੱਕ ਰਹੇਗਾ। ਇਸੇ ਕਰਕੇ ਪੀਰ ਸਾਈਂ ਮੈਂ ਇੱਕ ਓੰਕਾਰ ਦਾ ਸਬਕ ਸਿਖਾ ਰਿਹਾ ਕਿ ਉਹ ਇੱਕ ਹੈ, ਸਦਾ ਇੱਕ ਰਹੇਗਾ, ਤੇ ਇੱਕ ਓੰਕਾਰ ਚਾਹ ਕੇ ਵੀ ਦੂਸਰਾ ਓੰਕਾਰ ਖੜਾ ਨਹੀਂ ਕਰ ਸਕਦਾ। ਇਹ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਜਦੋਂ ਜਵਾਬ ਦਿੱਤਾ, ਕਹਿੰਦੇ ਨਜ਼ਰਾਂ ਝੁਕ ਗਈਆਂ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦੇ ਉੱਤੇ ਮੱਥਾ ਧਰ ਦਿੱਤਾ। ਖਾਲਸਾ ਜੀ ਉਸ ਇੱਕ ਓੰਕਾਰ ਦਾ ਮਹਾਤਮ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਜੇਕਰ ਪੁੱਛੀਏ ਕਿ ਇੱਕ ਓੰਕਾਰ ਦਾ ਮਹਾਤਮ ਕੀ ਹੈ, ਇੱਕ ਓੰਕਾਰ ਦੀ ਵਡਿਆਈ ਕੀ ਹੈ, ਸਤਿਗੁਰੂ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਕਹਿੰਦੇ ਇੱਕ ਓੰਕਾਰ ਉਹ ਤਾਕਤ ਹੈ ਜਿਹੜਾ ਕਿਸੇ ਦੇ ਬਣਾਇਆ ਨਹੀਂ ਬਣਦਾ। ਕੋਈ ਕਵੇ ਮੈਂ ਕਿਤਾਬ ਤੇ ਚਾਰ ਕੇ ਲਕੀਰਾਂ ਪਾ ਕੇ ਇੱਕ ਓੰਕਾਰ ਬਣਾ ਦਿੱਤਾ, ਕਹਿੰਦੇ ਮੂਰਖਤਾ ਹੈ, ਕਿਉਂਕਿ ਇੱਕ ਓੰਕਾਰ ਤੇ ਉਦੋਂ ਵੀ ਸੀ ਜਦੋਂ ਸੰਸਾਰ ਹੀ ਨਹੀਂ ਸੀ। ਸਤਿਗੁਰੂ ਕਹਿੰਦੇ ਥਾਪਿਆ ਨਾ ਜਾਏ, ਕੀਤਾ ਨਾ ਹੋਏ, ਆਪੇ ਆਪ ਨਿਰੰਜਨ ਸੋਏ। ਇੱਕ ਓੰਕਾਰ ਆਪਣੇ ਆਪ ਪ੍ਰਗਟ ਹੋਇਆ ਹੈ, ਨਾ ਉਸ ਨੂੰ ਕੋਈ ਬਣਾਉਣ ਵਾਲਾ ਤੇ ਨਾ ਹੀ ਉਸ ਨੂੰ ਕੋਈ ਮਕਾਉਣ ਵਾਲਾ ਹੈ। ਇਸੇ ਕਰਕੇ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਦੀ ਧਰਤੀ ਦੇ ਉੱਤੇ ਭਾਈ ਸਾਹਿਬ ਭਾਈ ਆਨੰਦ ਲਾਲ ਸਾਹਿਬ ਜੀ ਨੇ ਪੁੱਛਿਆ ਕਿ ਮਹਾਰਾਜ ਇੱਕ ਓੰਕਾਰ ਦੀ ਖੇਡ ਕੀ ਹੈ? ਕਿਉਂਕਿ ਖਾਲਸਾ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦਾ ਸਾਰ ਤਤ
ਇੱਕ ਓੰਕਾਰ ਹੈ, ਹੋਰ ਕੁਝ ਵੀ ਨਹੀਂ। ਆਪਾਂ ਇਤਿਹਾਸ ਵਿੱਚ ਪੜ੍ਹਦੇ ਹਾਂ ਕਿ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਇੱਕ ਦਿਨ ਪਰਚਾ ਪਾ ਦਿੱਤਾ। ਕਲਗੀਆਂ ਵਾਲੇ ਸ਼ਿਕਾਰ ਤੇ ਚੜ੍ਹਨ ਲੱਗੇ। ਸਤਿਗੁਰੂ ਕਹਿੰਦੇ ਸਾਡੇ ਘੋੜੇ ਦੇ ਸਵਾਰ ਹੋਣ ਤੋਂ ਪਹਿਲਾਂ ਪਹਿਲਾਂ ਕੋਈ ਗੁਰੂ ਗ੍ਰੰਥ ਸਾਹਿਬ ਦਾ ਸੰਪੂਰਨ ਪਾਠ ਕਰਕੇ ਸੁਣਾਵੇ। ਹੁਣ ਸਾਰਿਆਂ ਦੇ ਹੱਥ ਖੜੇ ਹੋ ਗਏ ਵੀ ਕੁਝ ਕੇ ਪਲਾਂ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਿਵੇਂ ਹੋ ਸਕਦਾ। ਕਹਿੰਦੇ ਇੰਨੇ ਨੂੰ ਇੱਕ ਸਿੱਖ ਨੇ ਸਤਿਗੁਰੂ ਦੇ ਚਰਨਾਂ ਤੇ ਸੀਸ ਝੁਕਾਇਆ। ਕਹਿਣ ਲੱਗਾ ਪਾਤਸ਼ਾਹ ਜੇ ਤੁਹਾਡੀ ਰਹਿਮਤ ਹੋਵੇ, ਤੁਹਾਡੀ ਕਿਰਪਾ ਹੋਵੇ ਤੇ ਮੈਂ ਆਪ ਜੀ ਨੂੰ ਇਹ ਪਾਠ ਸੁਣਾ ਸਕਦਾ। ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਭਲਾ ਹੋਵੇ। ਕਹਿੰਦੇ ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਜਦੋਂ ਘੋੜੇ ਤੇ ਸਵਾਰ ਹੋਣ ਲੱਗੇ, ਉਸ ਸਿੱਖ ਨੇ ਸਿਰਫ ਇੱਕ ਬ੍ਰਹਮ ਵਾਕ ਉਚਾਰਿਆ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਭਾਵ ਕਲਗੀਧਰ ਪਾਤਸ਼ਾਹ ਕਹਿੰਦੇ ਸਿੱਖਾ ਨਿਹਾਲ 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 ਤੇਰੇ ਤੇ ਸਾਡੀ ਬਹੁਤ ਪ੍ਰਸੰਨਤਾ ਹੈ, ਕਿਉਂਕਿ ਸਤਿਗੁਰੂ ਦੀ ਬਾਣੀ ਦਾ ਸਾਰ ਤੱਤ ਇੱਕ ਓੰਕਾਰ ਹੈ। ਖਾਲਸਾ ਜੀ ਆਨੰਦਪੁਰ ਦੀ ਧਰਤੀ ਤੇ ਭਾਈ ਨੰਦ ਲਾਲ ਜੀ ਨੇ ਪੁੱਛਿਆ ਮਹਾਰਾਜ ਇੱਕ ਓੰਕਾਰ ਦੀ ਵਡਿਆਈ ਕੀ ਹੈ, ਇੱਕ ਓੰਕਾਰ ਦੀ ਅਗੰਮੀ ਖੇਡ ਕੀ ਹੈ। ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਉੱਥੇ ਦਰਜ ਕੀਤਾ ਆਪਣੀ ਬਾਣੀ ਦੇ ਵਿੱਚ। ਸਤਿਗੁਰੂ ਨੇ ਕਿਹਾ ਫੂਲ ਫਲ ਬਿਰਖਾ ਤੂੰ ਹੀ ਸਭਨ ਕੋ ਸਾਰ। ਸਤਿਗੁਰੂ ਕਹਿੰਦੇ ਨੰਦ ਲਾਲ ਜੀ ਇੱਕ ਓੰਕਾਰ ਦੀ ਵਡਿਆਈ ਹੈ। ਫੂਲ ਫਲ ਬਿਰਖਾ ਤੂੰ ਹੀ ਸਭਨ ਕੋ ਸਾਰ, ਤੁਮ ਹੀ ਸਭਨ ਕੋ ਪੈਦਾ ਕਰੋ, ਤੁਮ ਹੀ ਕਰੋ ਸੰਘਾਰ। ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਨੇਤਰ ਮੂੰਦ ਲਏ। ਸਤਿਗੁਰੂ ਕਹਿੰਦੇ ਨੰਦ ਲਾਲ ਇਹ ਫੁੱਲਾਂ ਨੂੰ ਵੇਖ, ਨੰਦ ਲਾਲ ਇਹਨਾਂ ਦਰਖਤਾਂ ਨੂੰ ਵੇਖ, ਇਹਨਾਂ ਪਰਬਤਾਂ ਨੂੰ ਵੇਖ, ਇਸ ਹਵਾ ਨੂੰ ਵੇਖ, ਇਸ ਪਾਣੀ ਨੂੰ ਵੇਖ ਤੇ ਧਿਆਨ ਨਾਲ ਮਹਿਸੂਸ ਕਰੀ ਕਿ ਤੂੰ ਹੀ ਸਭਨ ਕੋ ਸਾਰ। ਜੇ ਫੁੱਲ ਬਣੇ ਨੇ ਇੱਕ ਓੰਕਾਰ ਦੀ ਧੁਨੀ ਨਾਲ ਬਣੇ ਨੇ, ਜੇ ਦਰਖਤ ਬਣੇ ਨੇ ਇੱਕ ਓੰਕਾਰ ਦੀ ਧੁਨੀ ਨਾਲ ਬਣੇ ਨੇ। ਇੱਕ ਓੰਕਾਰ ਉਹ ਅਗੰਮੀ ਤਾਕਤ ਹੈ। ਤੁਮ ਹੀ ਸਭਨ ਕੋ ਪੈਦਾ ਕਰੋ, ਉਹੀ ਪੈਦਾ ਕਰ ਰਿਹਾ ਹੈ, ਤੁਮ ਹੀ ਕਰੋ ਸੰਘਾਰ। ਤੇ ਉਹ ਇੱਕ ਓੰਕਾਰ ਹੀ ਸਾਰਿਆਂ ਨੂੰ ਸਮੇਟ ਵੀ ਰਿਹਾ। ਕਹੂੰ ਫੂਲ ਰਾਜਾ ਹੋਵੇ ਬੈਠਾ, ਕਹੂੰ ਸਿਮਟ ਭਇਓ ਸ਼ੰਕਰ ਇਕੱਠਾ। ਜਨਮ ਵੀ ਦੇ ਰਿਹਾ ਤੇ ਖਤਮ ਵੀ ਕਰ ਰਿਹਾ। ਇਹ ਸਤਿਗੁਰੂ ਨੇ ਸਰਬ ਲੋਕ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਦਰਜ ਕੀਤਾ। ਤੇ ਭਾਈ ਸਾਹਿਬ ਭਾਈ ਨੰਦ ਲਾਲ ਜੀ ਨੂੰ ਕਿਹਾ ਨੰਦ ਲਾਲ ਕੇਵਲ ਇਤਨਾ ਹੀ ਨਹੀਂ, ਕਹਿੰਦੇ ਇੱਕ ਓੰਕਾਰ ਉਹ ਬ੍ਰਹਮ ਵਾਕ ਹੈ। ਜੇ ਗੁਰੂ ਗੋਬਿੰਦ ਸਿੰਘ ਆਪਣੀ ਰਸਨਾ ਦੁਆਰਾ ਬਿਆਨ ਵੀ ਕਰੇ, ਸਤਿਗੁਰੂ ਕਹਿੰਦੇ ਮਹਿਮਾ ਕੇਤਕ ਆਖੀ ਹੈ, ਬਰਨੀ ਨਹਿ ਜਾਏ, ਕੋਟ ਜਿਹਵ ਕਰ ਭਾਖੀ ਹੈ, ਤਉ ਪਾਰ ਨਾ ਪਾਏ। ਨੰਦ ਲਾਲ ਜੇ ਗੁਰੂ ਗੋਬਿੰਦ ਸਿੰਘ ਕਰੋੜਾਂ ਜ਼ੁਬਾਨਾਂ ਦੇ ਨਾਲ ਵੀ ਇੱਕ ਓੰਕਾਰ ਦੀ ਵਡਿਆਈ ਦੱਸਣ ਲੱਗੇ ਤੇ ਕਰੋੜਾਂ ਜ਼ਬਾਨਾਂ ਵੀ ਥੋੜੀਆਂ ਪੈ ਜਾਣਗੀਆਂ, ਪਰ ਓੰਕਾਰ ਦੀ ਵਡਿਆਈ ਪੂਰੀ ਨਹੀਂ ਹੋਵੇਗੀ। ਇਹ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀਧਰ ਜੀ ਨੇ ਬਖਸ਼ਿਸ਼ ਕੀਤੀ। ਸਤਿਗੁਰੂ ਕਹਿੰਦੇ ਨੰਦ ਲਾਲ ਕਿਤੇ ਨੇਤਰ ਬੰਦ ਕਰਕੇ ਇੱਕ ਵਾਰ ਇੱਕ ਓੰਕਾਰ ਜਪ ਕੇ ਤਾਂ ਵੇਖ, ਇਸ ਹਵਾ ਦੀ ਆਵਾਜ਼ ਵਿੱਚੋਂ ਵੀ ਓੰਕਾਰ ਦੀ ਧੁਨੀ ਸੁਣਾਈ ਦੇਵੇਗੀ। ਨੰਦ ਲਾਲ ਕਿਤੇ ਝਰਨੇ ਕੋਲ ਬੈਠ ਕੇ ਤਾਂ ਵੇਖ, ਝਰਨੇ ਦੇ ਡਿੱਗ ਰਹੀ ਆਵਾਜ਼ ਵਿੱਚੋਂ ਵੀ ਇੱਕ ਓੰਕਾਰ ਦੀ ਧੁਨੀ ਸੁਣਾਈ ਦੇਵੇਗੀ। ਨੰਦ ਲਾਲ ਕਿਤੇ ਦਰਿਆ ਕੋਲ ਬੈਠ ਕੇ ਵੇਖ, ਦਰਿਆ ਦੇ ਪਾਣੀ ਦੀ ਆਵਾਜ਼ ਵਿੱਚੋਂ ਵੀ ਓੰਕਾਰ ਦੀ ਧੁਨੀ ਸੁਣਾਈ ਦੇਵੇਗੀ। ਕਹਿੰਦੇ ਜਦੋਂ ਐਸਾ ਪ੍ਰੇਮ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਦੇ ਹਿਰਦੇ ਦੇ ਵਿੱਚ ਉਤਪਨ ਹੋ ਗਿਆ ਤੇ ਭਾਈ ਨੰਦ ਲਾਲ ਸਾਹਿਬ ਜੀ ਨੇ ਇੱਕ ਅਰਦਾਸ ਕੀਤੀ। ਇੱਕ ਅਰਦਾਸ ਕਲਗੀਆਂ ਵਾਲੇ ਨੂੰ ਕੀਤੀ ਤੇ ਦੂਸਰੀ ਅਰਦਾਸ ਹਵਾ ਨੂੰ ਕੀਤੀ। ਬੇਨਤੀ ਕੀਤੀ ਹਵਾ ਨੂੰ। ਹਵਾ ਕੀ ਕੀਤੀ? ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਐ ਹਵਾ ਮੇਰੀ ਤੇਰੇ ਅੱਗੇ ਇੱਕ ਦੁਹਾਈ ਹੈ, ਮਬਰ ਐ ਖਾਕ ਬਾਦਮ ਬਸਦ ਤਨ ਕੁਨਦ ਦੁਸ਼ਮਨਮ ਸਰਜਨਮ ਕਿ ਅਜ਼ਦੂਰ ਦਸਤ। ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਕਹਿੰਦੇ ਐ ਹਵਾ ਮੇਰੀ ਤੇਰੇ ਅੱਗੇ ਇੱਕ ਦੁਹਾਈ ਹੈ ਕਿ ਜਦੋਂ ਨੰਦ ਲਾਲ ਦੀ ਮੌਤ ਹੋਵੇ, ਨੰਦ ਲਾਲ ਦੇ ਸਰੀਰ ਦੀ ਰਾਖ ਬਣ ਜਾਵੇ, ਹਵਾ ਤੂੰ ਮੇਰੇ ਸਰੀਰ ਦੀ ਰਾਖ ਨੂੰ
ਹਵਾ ਵਿੱਚ ਉਡਾ ਕੇ ਕਿਤੇ ਹੋਰ ਨਾ ਭੇਜੀ। ਮੈਂ ਆਪਣੇ ਸਰੀਰ ਦੀ ਰਾਖ ਲਈ ਚਾਹੁੰਦਾ ਨਹੀਂ ਕਿ ਸਰੀਰ ਦੀ ਰਾਖ ਦਰ ਦਰ ਭਟਕੇ, ਬਲਕਿ ਨੰਦ ਲਾਲ ਚਾਹੁੰਦਾ ਹੈ ਕਿ ਜਦੋਂ ਨੰਦ ਲਾਲ ਦੀ ਮੌਤ ਵੀ ਹੋਵੇ ਤੇ ਨੰਦ ਲਾਲ ਦੇ ਸਰੀਰ ਦੀ ਰਾਖ ਵੀ ਕਲਗੀਆਂ ਵਾਲੇ ਦੇ ਦਰ ਦੇ ਦਹਲੀਜ਼ ਦੇ ਉੱਤੇ ਪਈ ਰਹਿ ਕੇ ਇੱਕ ਓੰਕਾਰ ਇੱਕ ਓੰਕਾਰ ਇੱਕ ਓੰਕਾਰ ਦੀ ਧੁਨੀ ਅਲਾਪਦੀ ਰਵੇ। ਇਹ ਭਾਈ ਸਾਹਿਬ ਭਾਈ ਨੰਦ ਲਾਲ ਸਾਹਿਬ ਨੇ ਇਹ ਦੁਹਾਈ ਪਾਈ ਉਸ ਹਵਾ ਅੱਗੇ, ਕਿਉਂਕਿ ਖਾਲਸਾ ਜੀ ਇੱਕ ਬੰਬੇ ਦਾ ਰਾਈਟਰ ਹੈ, ਬਲਵੰਤ ਗਾਰਗੀ ਹੈ ਤਾਂ ਸੀ ਸਨਾਤਨ ਮਤ ਦਾ, ਬਠਿੰਡੇ ਜਨਮ ਹੋਇਆ, ਪਰ ਕਹਿੰਦੇ ਉਹਨੇ ਆਪ ਹੀ ਆਪਣੀ ਕਿਤਾਬ ਵਿੱਚ ਲਿਖਿਆ, ਕਹਿੰਦਾ ਵੀ ਸਾਡੇ ਘਰ ਕੋਈ ਬਹੁਤੀ ਮਾਇਆ ਨਹੀਂ ਸੀ, ਅਸੀਂ ਦੋ ਭਰਾ ਸਾਂ। ਕਹਿੰਦੇ ਇੱਕ ਸਿੱਧ ਨੇ ਭਵਿੱਖਵਾਕ ਕਰ ਦਿੱਤਾ ਕਿ ਜਿਹੜਾ ਤੇ ਆ ਛੋਟਾ ਬੱਚਾ ਇਹਦਾ ਤੇ ਕੁਝ ਬਣਨਾ ਹੀ ਨਹੀਂ, ਇਹ ਤਾਂ ਮਾੜੀ ਕਰਮ ਲੈ ਕੇ ਜੰਮਿਆ, ਤੇ ਜਿਹੜਾ ਵੱਡਾ ਆ ਇਹ ਕੁਝ ਲੱਗ ਜਾਵੇਗਾ, ਵੱਡੇ ਅਹੁਦੇ ਤੇ ਪਹੁੰਚ ਜਾਵੇਗਾ। ਕਹਿੰਦੇ ਮੇਰੀ ਮਾਂ ਨੇ, ਬਲਵੰਤ ਗਾਰਗੀ ਕਹਿੰਦਾ ਮੇਰੀ ਮਾਂ ਨੇ ਮੈਨੂੰ ਗੁਰੂਦੁਆਰੇ ਭੇਜ ਦਿਆ ਕਰਨਾ ਕਿ ਗੁਰਦੁਆਰੇ ਜਾ ਕੇ ਕੋਈ ਸੇਵਾ ਕਰੇਗਾ, ਕੋਈ ਸਿੱਖਿਆ ਲਵੇਗਾ ਤੇ ਸ਼ਾਇਦ ਕਰਮ ਬਦਲੇ ਜਾਣ। ਕਹਿੰਦਾ ਮੈਂ ਗੁਰਦੁਆਰੇ ਜਾਣਾ, ਉੱਥੇ ਸੇਵਾ ਕਰਨੀ, ਸੰਥਿਆ ਲਈ ਜਾਣਾ। ਕਹਿੰਦਾ ਉੱਥੇ ਬੱਚਿਆਂ ਨਾਲ ਖੇਡ ਖੂਡ ਕੇ ਵਾਪਸ ਆ ਜਾਣਾ, ਕੋਈ ਪੜਾਉਣ ਵਾਲਾ ਨਹੀਂ ਸੀ। ਕਹਿੰਦੇ ਮੈਂ ਇੱਕ ਦਿਨ ਬੱਚਿਆਂ ਨੂੰ ਪੁੱਛਿਆ ਵੀ ਇੱਥੇ ਕੋਈ ਪੜਾਉਂਦਾ ਨਹੀਂ, ਕੋਈ ਸਬਕ ਨਹੀਂ ਕੋਈ ਸਿਖਾਉਂਦਾ? ਉਹ ਕਹਿੰਦੇ ਇਹ ਨਿਹੰਗ ਸਿੰਘਾਂ ਦੀ ਛਾਉਣੀ ਹੈ, ਇੱਥੇ ਨਿਹੰਗ ਸਿੰਘ ਛਮਾਈ ਬਾਅਦ ਆਉਂਦੇ ਆ ਤੇ ਆ ਕੇ ਸਬਕ ਸਿਖਾ ਜਾਂਦੇ ਆ, ਪਾਠ ਕਰਾ ਜਾਂਦੇ ਆ, ਪਿਛਲਾ ਪਾਠ ਸੁਣ ਜਾਂਦੇ ਆ ਤੇ ਅਗਲਾ ਫਿਰ ਕਰਾ ਜਾਂਦੇ ਆ, ਦ੍ਰਿੜ ਕਰਵਾ ਦਿੰਦੇ। ਕਹਿੰਦਾ ਇੰਨੇ ਨੂੰ 2-3 ਦਿਨਾਂ ਬਾਅਦ ਇੱਕ ਨਿਹੰਗ ਸਿੰਘ ਘੋੜੇ ਤੇ ਸਵਾਰ, ਸੀਸ ਤੇ ਦਮਾਲਾ, ਦਮਾਲੇ ਤੇ ਫਰਰਾ, ਹੱਥ ਵਿੱਚ ਬਰਸ਼ਾ, ਘੋੜੇ ਤੇ ਸਵਾਰ ਕਹਿੰਦੇ ਛਾਉਣੀ ਦੇ ਵਿੱਚ ਗੁਰਦੁਆਰੇ ਵਿੱਚ ਆਇਆ। ਕਹਿੰਦਾ ਉਸ ਨਿਹੰਗ ਸਿੰਘ ਨੇ ਮੇਰੇ ਵੱਲ ਬਰਸ਼ੇ ਦੀ ਨੋਕ ਕਰਕੇ ਪੁੱਛਿਆ, ਬੱਚਿਆ ਤੂੰ ਕਿੰਨਾ ਦਾ ਮੁੰਡਾ, ਇਸ ਗੁਰਦੁਆਰੇ ਵਿੱਚ ਖੇਡਣ ਆਉਣਾ ਕਿ ਕੁਝ ਸੇਵਾ ਵੀ ਕਰਦਾ? ਕਹਿੰਦਾ ਜੀ ਮੈਂ ਤਾਂ ਗੁਰੂ ਘਰ ਵਿੱਚ ਕੁਝ ਸਿੱਖਣ ਲਈ ਆਉਣਾ, ਕੋਈ ਸਬਕ ਸਿੱਖਣਾ ਚਾਹੁੰਦਾ, ਮੇਰੇ ਕਰਮ ਬੜੇ ਮਾਰੇ ਨੇ, ਮੈਂ ਕੁਝ ਸਿੱਖਣਾ ਚਾਹੁੰਦਾ। ਕਹਿੰਦੇ ਉਸ ਨਿਹੰਗ ਸਿੰਘ ਨੇ ਸ਼ਬਦ ਕੋਈ ਨਾ ਬੋਲੇ, ਨਿਗਾਹ ਭਰ ਕੇ ਵੇਖਿਆ। ਕਹਿੰਦੇ ਬਰਸ਼ੇ ਦੀ ਨੋਕ ਦੇ ਨਾਲ ਜ਼ਮੀਨ ਦੇ ਉੱਤੇ ਹੀ ਇੱਕ ਓੰਕਾਰ ਬਣਾ ਦਿੱਤਾ। ਕਹਿਣ ਲੱਗੇ ਬੱਚਿਆ ਆ ਇੱਕ ਓੰਕਾਰ ਨੂੰ ਹਿਰਦੇ ਵਿੱਚ ਧਾਰ ਲੈ, ਤੇਰੀ ਜ਼ਿੰਦਗੀ ਦਾ ਪਹਿਲਾ ਤੇ ਅਖੀਰਲਾ ਸਬਕ ਇਹਨੂੰ ਬਣਾ ਲਵੀਂ, ਕਿਸਮਤ ਕੀ ਕਦੇ ਜ਼ਿੰਦਗੀ ਵਿੱਚ ਤੈਨੂੰ ਕੋਈ ਪਿੱਛੇ ਨਹੀਂ ਛੱਡ ਸਕੇਗਾ। ਉਹ ਕਹਿੰਦਾ ਵੀ ਮੇਰਾ ਭਰਾ ਤੇ ਅੱਜ ਉੱਥੇ ਪਿੰਡ ਬੈਠਾ ਤੇ ਉਹ ਖੁਦ ਬੰਬੇ ਦੇ ਵਿੱਚ ਬਹੁਤ ਵੱਡਾ ਲੇਖਕ ਹੋਇਆ, ਰਾਈਟਰ ਹੋਇਆ। ਕਹਿੰਦਾ ਅੱਜ ਵੀ ਕਈ ਵਾਰ ਇਕਾਂਤ ਵਿੱਚ ਇਕੱਲਿਆਂ ਜਦੋਂ ਮੈਂ ਬੈਠਦਾ ਮੈਨੂੰ ਇਹ ਲੱਗਦਾ ਹੈ ਕਿ ਜੇ ਦੁਨੀਆ ਦੇ ਝਗੜੇ ਕੋਈ ਮਿਟਾ ਸਕਦਾ ਹੈ ਤੇ ਕੇਵਲ ਗੁਰੂ ਕਾ ਖਾਲਸਾ ਮਿਟਾ ਸਕਦਾ ਹੈ, ਕਿਉਂਕਿ ਖਾਲਸਾ ਦੱਸੇਗਾ ਜਿੱਥੇ ਆਕਾਸ਼ ਤੇ ਸਾਗਰ ਮਿਲਦੇ ਨੇ ਉੱਥੋਂ ਘੋੜੇ ਤੇ ਸਵਾਰ ਹੋ ਕੇ ਇੱਕ ਖਾਲਸਾ ਆਵੇਗਾ ਤੇ ਦੁਨੀਆ ਨੂੰ ਦੱਸੇਗਾ ਕਿ ਦੁਨੀਆ ਦੇ ਲੋਕੋ, ਦੁਨੀਆ ਦੇ ਧਰਮ ਦੇ ਝਗੜੇ ਤਾਂ ਹੀ ਮੁੱਕ ਸਕਦੇ ਨੇ ਜੇ ਇੱਕ ਓੰਕਾਰ ਆਪਣੇ ਹਿਰਦੇ ਤੇ ਵਸਾ ਲਈਏ। ਮੈਂ ਇੱਕ ਝਲਕ ਗੁਰੂ ਨਾਨਕ ਸਾਹਿਬ ਦੇ ਇਤਿਹਾਸ ਵਿੱਚੋਂ ਰੱਖਾਂ ਕਿ ਇੱਕ ਓੰਕਾਰ ਕਿਸ ਤਰ੍ਹਾਂ ਝਗੜੇ ਮੁਕਾਉਂਦਾ ਹੈ। ਸਤਿਗੁਰੂ ਨੇ ਜਦੋਂ ਇੱਕ ਓੰਕਾਰ ਦੀ ਵਿਆਖਿਆ ਕੀਤੀ ਤੇ ਮਹਾਰਾਜ ਨੇ ਜਿੱਥੇ ਨਿਰਭਉ ਸ਼ਬਦ ਵਰਤਿਆ, ਨਿਰਵੈਰ ਵੀ ਵਰਤਿਆ ਕਿ ਇੱਕ ਓੰਕਾਰ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ। ਕਹਿੰਦੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਇਸੇ ਹੀ ਬਗਦਾਦ ਦੇ ਕੋਲ ਕੁਫਾ ਇਲਾਕੇ ਦੇ ਵਿੱਚ ਹੀ ਸਨ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਉਜਾੜ ਦੇ ਵਿੱਚ ਬੈਠੇ, ਮਰਦਾਨੇ ਨੂੰ ਕਿਹਾ ਵਜਾਈ ਵੇ ਮਰਦਾਨਿਆ ਮੇਰੇ ਅਕਾਲ ਦੀ ਰਬਾਬ, ਆ ਬਹਿ ਕੇ ਕਰੀਏ ਮੁਕੰਮਲ ਮੇਰੇ ਸਾਹਿਬ ਦਾ ਸੁੱਚਾ ਖਵਾਬ। ਕਹਿੰਦੇ ਭਾਈ ਮਰਦਾਨੇ ਨੇ ਰਬਾਬ ਵਜਾਈ, ਧੰਨ ਗੁਰੂ ਨਾਨਕ ਸਾਹਿਬ ਨੇ ਇੱਕ ਓੰਕਾਰ ਦੀ ਬਾਂਗ ਦੇ ਦਿੱਤੀ ਕਿ ਖੁਦਾ ਇੱਕ ਹੈ। ਕਹਿੰਦੇ ਕੁਫਾ ਨਗਰ ਦੇ ਲੋਕ ਭੀੜਾਂ ਬੰਨ ਕੇ ਗੁਰੂ ਨਾਨਕ ਸਾਹਿਬ ਦੇ ਦੀਦਾਰਿਆਂ ਵਾਸਤੇ ਆਏ, ਪਰ ਉਧਰ ਜਾਮਾ ਮਸਜਿਦ ਦੇ ਵਿੱਚ ਕਾਜ਼ੀ, ਉਹਨੇ ਪੁੱਛਿਆ ਪਾਸਾ ਹਲੀ, ਉਸ ਕਾਜ਼ੀ ਦਾ ਨਾਮ ਸੀ ਪਾਸਾ ਹਲੀ, ਪੁੱਛਦਾ ਵੀ ਜੁਮੇ ਦੀ ਨਮਾਜ਼ ਹੈ, ਨਮਾਜ਼ ਅਦਾ ਕਰਨ ਵਾਲੇ ਲੋਕ ਕਿੱਥੇ ਨੇ? ਕੋਈ ਨਮਾਜ਼ ਅਦਾ ਕਰਨ ਕਿਉਂ ਨਹੀਂ ਆਇਆ? ਏਡੀ ਵਤਨੀ ਵੱਡੀ ਕੁਤਾਹੀ। ਕਹਿੰਦੇ ਉਸ ਕਾਜ਼ੀ ਦਾ ਸੇਵਕ ਕਹਿਣ ਲੱਗਾ ਵੀ ਬਾਹਰ ਉਜਾੜ ਦੇ ਵਿੱਚ ਇੱਕ ਫਕੀਰ ਆਇਆ ਹੈ,
ਫਕੀਰ ਦੇ ਨਾਲ ਰਬਾਬੀ ਹੈ, ਉਹਨੇ ਇੱਕ ਓੰਕਾਰ ਦੀ ਬਾਂਗ ਦਿੱਤੀ, ਸਾਰੇ ਉਹਦੇ ਦੀਦਾਰਿਆਂ ਲਈ ਚਲ ਗਏ। ਤੇ ਜਿਹੜਾ ਇੱਕ ਵਾਰ ਗੁਰੂ ਨਾਨਕ ਦੇ ਦੀਦਾਰੇ ਕਰ ਲੈਂਦਾ ਕਾਜੀ ਸਾਹਿਬ ਵਾਪਸ ਨਹੀਂ ਆਉਂਦਾ, ਉੱਥੇ ਹੀ ਸਮਾਧੀਆਂ ਲੱਗ ਜਾਂਦੀਆਂ। ਕਾਜ਼ੀ ਕਹਿੰਦਾ ਜੇ ਇਹ ਗੱਲ ਹੈ, ਮੈਂ ਅੱਜ ਜਾਮਾ ਮਸਜਿਦ ਚੋਂ ਐਲਾਨ ਕਰਦਾ ਕਿ ਗੁਰੂ ਨਾਨਕ ਕੁਫਰ ਹੈ ਤੇ ਗੁਰੂ ਨਾਨਕ ਦੇ ਸਾਰੇ ਬਣਨ ਵਾਲੇ ਪੈਰੋਕਾਰ ਕਾਫਰ ਗਿਣੇ ਜਾਣਗੇ, ਮੈਂ ਉਸ ਨੂੰ ਇਸਲਾਮ ਮਤ ਦੇ ਵਿੱਚੋਂ ਬਰਖਾਸਤ ਕਰਦਾ। ਕਹਿੰਦੇ ਇਹ ਫਤਵਾ ਜਾਰੀ ਕਰ ਦਿੱਤਾ। ਇੱਧਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਕੋਲ ਸੰਗਤ ਦੇ ਵਿੱਚੋਂ ਇੱਕ ਸ਼ਰੀਰ ਕਹਿੰਦਾ ਕਿ ਸਤਿਗੁਰੂ, ਜਿਸ ਕਾਜ਼ੀ ਨੇ ਤੁਹਾਡੇ ਪ੍ਰਤੀ ਇਹ ਫਤਵਾ ਦਿੱਤਾ, ਇੱਕ ਵਾਰ ਇਸ਼ਾਰਾ ਕਰੋ, ਜਾ ਕੇ ਸਿੱਧਿਆਂ ਕਰ ਦਿੰਨੇ ਆ। ਅੰਮ੍ਰਿਤ ਵੇਲੇ ਦਾ ਸਮਾਂ ਸੀ। ਸਤਿਗੁਰੂ ਕਹਿੰਦੇ ਸਜਣੋ, ਪ੍ਰਭਾਤ ਵੇਲਾ ਹੈ, ਅੰਮ੍ਰਿਤ ਵੇਲਾ ਹੈ। ਅੰਮ੍ਰਿਤ ਵੇਲੇ ਕਰਤਾਰ ਦੀ ਸਿਫਤ ਕਰੀਦੀ ਹੈ, ਨਾ ਕਿ ਕਿਸੇ ਨਾਲ ਵੈਰ ਕਮਾਈਦਾ। ਬੈਠ ਕੇ ਕਰਤਾਰ ਦੀ ਸਿਫਤ ਕਰੋ। ਕਹਿੰਦੇ ਇਤਨੇ ਨੂੰ ਸ਼ਹਿਰ ਦੇ ਵਿੱਚੋਂ ਇੱਕ ਵਿਅਕਤੀ ਆਇਆ, ਆ ਕੇ ਕਹਿੰਦਾ ਹਾਜ਼ ਨਬੀ ਫਲਾ ਏ ਇਸਮਾ ਨਾਨਕ ਹਈ ਨਤ ਮੁਰਾਦ ਦਤਨ। ਕਹਿਣ ਲੱਗਾ ਬਾਬਾ ਨਾਨਕ, ਜਿਸ ਕਾਜ਼ੀ ਨੇ ਤੁਹਾਡੇ ਪ੍ਰਤੀ ਫਤਵਾ ਜਾਰੀ ਕੀਤਾ ਕਾਫਰ ਹੋਣ ਦਾ, ਉਹਦੇ ਪੇਟ ਦੇ ਵਿੱਚ ਦਰਦ ਬੜਾ ਭਿਆਨਕ ਛਿੜਿਆ, ਤੜਫ ਰਿਹਾ ਹੈ ਤੇ ਤੜਫ ਕੇ ਦੁਹਾਈ ਪਾ ਰਿਹਾ ਕੋਈ ਇਲਾਜ ਕਰ ਦਵੇ, ਪਰ ਉਸ ਕਾਜ਼ੀ ਨੂੰ ਇਲਾਜ ਕਰਨ ਵਾਲਾ ਨਹੀਂ ਕੋਈ ਲੱਭਦਾ। ਤੇ ਇੱਕ ਦੂਸਰਾ ਵਿਅਕਤੀ ਕਹਿੰਦਾ ਮਹਾਰਾਜ ਚੰਗਾ ਹੋਇਆ, ਜਿਹੜਾ ਤੁਹਾਡੇ ਨਾਲ ਟੱਕਰ ਲੈਂਦਾ ਸੀ ਉਹਦਾ ਤੇ ਇਹੋ ਹਾਲ ਹੋਣਾ ਸੀ, ਜਿਹੜਾ ਤੁਹਾਡੇ ਪ੍ਰਤੀ ਫਤਵੇ ਜਾਰੀ ਕਰਦਾ ਸੀ ਉਹਨੇ ਤੇ ਤੜਪ ਕੇ ਮਰਨਾ ਸੀ। ਸਤਿਗੁਰੂ ਨੇ ਉਹਨਾਂ ਦੀ ਗੱਲ ਨਹੀਂ ਸੁਣੀ। ਨਿਰਵੈਰਤਾ ਕੀ ਹੈ ਇੱਕ ਓੰਕਾਰ ਦੀ, ਸਤਿਗੁਰੂ ਨੇ ਧਿਆਨ ਵੀ ਨਾ ਦਿੱਤਾ। ਮਰਦਾਨੇ ਨੂੰ ਕਹਿੰਦੇ ਮਰਦਾਨਿਆ ਸੁਣਿਆ ਇਹ ਕੀ ਕਹਿੰਦੇ ਆ? ਭਾਈ ਮਰਦਾਨਾ ਕਹਿੰਦਾ ਜੀ ਸੁਣਿਆ, ਇਹ ਦੱਸਦੇ ਆ ਵੀ ਜਿਹੜੇ ਕਾਜ਼ੀ ਨੇ ਫਤਵਾ ਦਿੱਤਾ ਉਹ ਖੁਦ ਤੜਪਦਾ ਪਿਆ। ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆ ਉੱਠ ਫਿਰ ਚੱਲ ਚੱਲੀਏ। ਬਾਬਾ ਮਰਦਾਨਾ ਕਹਿੰਦਾ ਮਹਾਰਾਜ ਕਿੱਥੇ ਜਾਣਾ? ਸਤਿਗੁਰੂ ਕਹਿੰਦੇ ਉਹ ਦੁਹਾਈ ਪਾ ਰਿਹਾ, ਤੜਪ ਰਿਹਾ, ਸਾਡੇ ਤੋਂ ਉਹਦਾ ਦੁੱਖ ਨਹੀਂ ਵੇਖਿਆ ਜਾਂਦਾ, ਚੱਲ ਜਾ ਕੇ ਉਹਦਾ ਉਧਾਰ ਕਰ ਰਹੀਏ। ਭਾਈ ਮਰਦਾਨਾ ਕਹਿੰਦਾ ਵਾਹ ਅੱਲਾ ਪਾਕ ਦੇ ਲੋਕੋ, ਇਤਨੀ ਭੀੜ ਤੁਸਾਂ ਦੇ ਦਰਸ਼ਨਾਂ ਵਾਸਤੇ ਆਈ, ਆ ਸੰਗਤਾਂ ਦੁੱਧ ਖੀਰ ਲੈ ਕੇ ਆਈਆਂ, ਇਹਨਾਂ ਦੀ ਪਰਵਾਹ ਨਹੀਂ ਤੇ ਉਸ ਪਾਪੀ ਦਾ ਜਿਹੜਾ ਤੁਹਾਡੇ ਨਾਲ ਈਰਖਾ ਕਰਦਾ ਉਹਦਾ ਉਧਾਰ ਕਰਨ ਜਾਂਦੇ ਹੋ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆਂ ਚੇਤੇ ਰੱਖ, ਖਾਲੀਕਾ ਇਨਸਾਨੀਅਨ ਜ਼ਰਾ ਦੀਨ ਲਾ ਜ਼ਰਾ ਦੀਨ ਹੂੰ। ਚੇਤੇ ਰੱਖ ਮਰਦਾਨਿਆਂ ਆਪਾਂ ਇਨਸਾਨ ਆ, ਇਨਸਾਨ ਤਾਈਓ ਇਨਸਾਨ ਹੁੰਦਾ ਜੇ ਉਹਦੇ ਅੰਦਰ ਇਨਸਾਨੀਅਤ ਵੀ ਹੋਵੇ। ਜੇ ਚੰਦਨ ਦੀ ਲੱਕੜ ਦੇ ਵਿੱਚੋਂ ਚੰਦਨ ਦੀ ਖੁਸ਼ਬੂ ਨਾ ਆਵੇ ਤੇ ਆਮ ਲੱਕੜ ਹੈ। ਜੇ ਮਨੁੱਖ ਦੇ ਅੰਦਰ ਮਨੁੱਖਤਾ ਨਹੀਂ ਤੇ ਮਨੁੱਖ ਨਹੀਂ। ਜੇ ਇਨਸਾਨ ਦੇ ਅੰਦਰ ਇਨਸਾਨੀਅਤ ਨਹੀਂ, ਕਲਗੀਆਂ ਵਾਲੇ ਪਾਤਸ਼ਾਹ ਕਹਿੰਦੇ ਉਹ ਤਾਂ ਹੈਵਾਨੀਅਤ ਦੀ ਨਿਸ਼ਾਨੀ ਹੈ। ਸਤਿਗੁਰੂ ਨੇ ਕਿਹਾ ਮਰਦਾਨਿਆਂ ਚੱਲ ਚੱਲੀਏ। ਕਹਿੰਦੇ ਭਾਈ ਮਰਦਾਨਾ ਜੀ ਗੁਰੂ ਨਾਨਕ ਸਾਹਿਬ ਦੇ ਨਾਲ ਉਸ ਕਾਜ਼ੀ ਦੇ ਘਰ ਦਾ ਬੂਹਾ ਖੜਕਾਇਆ। ਕਾਜ਼ੀ ਦੀ 11 ਸਾਲ ਦੀ ਲੜਕੀ ਬਾਹਰ ਆਈ। ਬਾਹਰ ਆ ਕਰਕੇ ਪੁੱਛਿਆ ਫਲਾ ਇਸਮਾ, ਤੁਸੀਂ ਕੌਣ ਹੋ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਮੈਂ ਸੁਮਨ ਨਾਨਕ, ਮੇਰਾ ਨਾਮ ਨਾਨਕ ਹੈ। ਉਹ ਕਹਿਣ ਲੱਗੀ ਕਿਸ ਕਾਰਜ ਕਰਕੇ ਆਏ ਹੋ? ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਤੇਰੇ ਅੱਬੂ ਨੂੰ ਮਿਲਣ ਲਈ ਆਏ ਆ, ਜਾ ਆਪਣੇ ਅੱਬੂ ਨੂੰ ਕਹਿ ਨਾਨਕ ਆਇਆ ਹੈ। ਉਸ ਬੇਟੀ ਨੇ ਜਾ ਕੇ ਕਾਜ਼ੀ ਨੂੰ ਕਿਹਾ ਅੱਬੂ ਬਾਹਰ ਕੋਈ ਨਾਨਕ ਫਕੀਰ ਆਇਆ ਹੈ। ਜਦੋਂ ਗੁਰੂ ਨਾਨਕ ਸਾਹਿਬ ਦਾ ਨਾਮ ਸੁਣਿਆ ਉਹ ਤਾਂ ਪਹਿਲਾਂ ਹੀ ਧਰਮ ਦੀ ਈਰਖਾ ਵਿੱਚ ਮਰ ਰਿਹਾ ਸੀ। ਕਹਿੰਦਾ ਸੜ ਗਿਆ ਅੰਦਰੋਂ। ਕਹਿੰਦਾ ਉਸ ਨਾਨਕ ਨੂੰ ਕਹਿ ਦੁਬਾਰਾ ਆਪਣਾ ਮੁਖੜਾ ਮੈਨੂੰ ਨਾ ਵਿਖਾਈ, ਮੇਰੇ ਘਰ ਦੀ ਦਹਲੀਜ਼ ਤੇ ਦੁਬਾਰਾ ਮੁੜ ਕੇ ਨਾ ਆਈ। ਜਿਸ ਨਾਨਕ ਨੂੰ ਮੈਂ ਕਾਫਰ ਕਿਹਾ ਉਹਦਾ ਮੇਰੇ ਘਰ ਦੇ ਵਿੱਚ ਕੰਮ ਕੀ ਹੈ? ਹੁਣ ਉਹ ਬੇਟੀ ਨੇ ਤੇ ਗੁਰੂ ਨਾਨਕ ਦੇ ਦੀਦਾਰੇ ਪਾ ਲਏ ਸਨ ਤੇ ਗੁਰੂ ਨਾਨਕ ਜੀ ਨੂੰ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ। ਜਿਹੜਾ ਇੱਕ ਵਾਰ ਭਾਵਨਾ ਨਾਲ ਦਰਸ਼ਨ ਕਰ ਲਵੇ ਉਹ ਕੁਤਾਹੀ ਨਹੀਂ ਕਰਦਾ। ਬੇਟੀ ਆਈ, ਆ ਕੇ ਸਤਿਗੁਰੂ ਨੂੰ ਕਿਹਾ ਕਿ ਫਕੀਰ ਸਾਈਂ ਜਿਹੜੇ ਸ਼ਬਦ ਅੱਬੂ ਨੇ ਵਰਤੇ ਮੈਂ ਵਰਤ ਨਹੀਂ ਸਕਦੀ, ਭਲਾ ਇਹੋ ਹੈ ਤੁਸੀਂ ਇੱਥੋਂ ਚਲੇ ਜਾਓ। ਸਤਿਗੁਰੂ ਗੁਰੂ ਨਾਨਕ ਸਾਹਿਬ ਕਹਿੰਦੇ ਬੇਟਾ ਨਹੀਂ, ਸਾਡਾ ਮਿਲਣਾ ਜ਼ਰੂਰੀ ਹੈ, ਜਾਂ ਉਹਨੂੰ ਕਹਿ ਅਸੀਂ ਮਿਲਣਾ ਚਾਹੁੰਦੇ ਹਾਂ। ਕਹਿੰਦੇ ਅੰਦਰੋਂ ਕਾਜ਼ੀ ਨੇ ਉੱਚੀ ਜਿਹੀ ਕਿਹਾ ਨਾਨਕ
ਦੁਬਾਰਾ ਮੇਰੇ ਘਰ ਮੁੜ ਕੇ ਨਾ ਆਈ। ਜਦੋਂ ਇਹ ਸ਼ਬਦ ਗੁਰੂ ਨਾਨਕ ਸਾਹਿਬ ਨੇ ਸੁਣੇ, ਵੇਖੋ ਨਿਰਵੈਰਤਾ ਕੀ ਹੈ, ਗੁਰੂ ਨਾਨਕ ਦੀ ਦਿਆਲਤਾ ਕੀ ਹੈ। ਸਤਿਗੁਰੂ ਗੁਰੂ ਨਾਨਕ ਸਾਹਿਬ ਉੱਚੀ ਆਵਾਜ਼ ਵਿੱਚ ਬੋਲੇ, ਕਹਿੰਦੇ ਬੇਟਾ ਆਪਣੇ ਅੱਬੂ ਨੂੰ ਕਹਿ, ਉਹਦਾ ਮੁਜਰਮ ਨਾਨਕ ਆਪਣੇ ਕੁਫਰ ਦੇ ਗੁਨਾਹਾਂ ਦੀ ਮੁਆਫੀ ਮੰਗਣ ਲਈ ਆਇਆ। ਐਸੀ ਦਿਆਲਤਾ ਗੁਰੂ ਨਾਨਕ ਤੋਂ ਬਿਨਾ ਨਹੀਂ ਮਿਲਣੀ, ਜਿਹੜਾ ਕਿਸੇ ਦੇ ਉਧਾਰ ਵਾਸਤੇ ਕਵੇ ਕਿ ਮੈਂ ਮੁਆਫੀ ਮੰਗਣੀ ਚਾਹੁੰਦਾ। ਹਾਲਾਂਕਿ ਗੁਰੂ ਨਾਨਕ ਤੇ ਔਗਣ ਹਾਰਿਆਂ ਨੂੰ ਵੀ ਗੁਣਾਂ ਦਾ ਖਜ਼ਾਨਾ ਬਖਸ਼ਣ ਵਾਲੇ ਆ, ਪਰ ਇਹ ਗੁਰੂ ਨਾਨਕ ਦੀ ਦਿਆਲਤਾ ਸੀ ਕਿ ਕਿਸੇ ਦਾ ਉਧਾਰ ਕਰਨ ਵਾਸਤੇ ਗੁਰੂ ਨਾਨਕ ਨੇ ਇੱਥੋਂ ਤਾਈਂ ਸ਼ਬਦ ਵਰਤ ਲਏ। ਕਹਿੰਦੇ ਜਦੋਂ ਇਹ ਸੁਣਿਆ, ਕਾਜ਼ੀ ਤਾਂ ਖੁਸ਼ ਹੋ ਗਿਆ ਵੀ ਇਹ ਤਾਂ ਹੁਣ ਢਹਿ ਗਿਆ, ਸਾਡੇ ਮਜ਼ਹਬ ਵਿੱਚ ਆ ਜਾਵੇਗਾ। ਕਹਿੰਦਾ ਆਉਣ ਦਿਓ ਅੰਦਰ। ਜਦੋਂ ਗੁਰੂ ਨਾਨਕ ਸਾਹਿਬ ਅੰਦਰ ਗਏ, ਗੁਰੂ ਨਾਨਕ ਦੇ ਇਲਾਹੀ ਮੁਖੜੇ ਦੇ ਦੀਦਾਰੇ ਕਰਕੇ ਮਜ਼ਹਬੀ ਕੱਟੜਤਾ ਖਤਮ ਹੋ ਗਈ। ਗੁਰੂ ਨਾਨਕ ਨੇ ਜਾਂਦਿਆਂ ਹੀ ਕਲਾਵੇ ਵਿੱਚ ਲੈ ਲਿਆ। ਸਤਿਗੁਰੂ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਸਤਿਗੁਰੂ ਗੁਰੂ ਨਾਨਕ ਸਾਹਿਬ ਨੇ ਕਾਜ਼ੀ ਦਾ ਮਸਤਕ ਚੁੰਮਿਆ, ਉਹਦੇ ਪੇਟ ਦੀ ਪੀੜਾ ਖਤਮ ਹੋ ਗਈ ਤੇ ਉਹ ਕਾਜ਼ੀ ਆਪਣਾ ਸਰੀਰ ਛੱਡ ਗਿਆ। ਬੇਟੀ ਰੋਣ ਲੱਗ ਪਈ। ਕਹਿੰਦੇ ਬੇਟੀ ਨੇ ਪੁੱਛਿਆ, ਅੱਬੂ ਦੇ ਮਾੜੇ ਕਰਮ ਤੜਪ ਕੇ ਮਰਿਆ, ਪਤਾ ਨਹੀਂ ਜੰਨਤ ਵਿੱਚ ਜਾਵੇਗਾ ਕਿ ਦੋਜ਼ਖ ਵਿੱਚ ਜਾਵੇਗਾ। ਗੁਰੂ ਨਾਨਕ ਕਹਿੰਦੇ ਬੇਟਾ ਇਹ ਜੰਨਤ ਵਿੱਚ ਹੀ ਜਾਵੇਗਾ। ਉਹ ਕਹਿੰਦੀ ਮੈਂ ਜੰਨਤ ਨਹੀਂ ਵੇਖੀ। ਸਤਿਗੁਰੂ ਕਹਿੰਦੇ ਮਰਦਾਨਿਆਂ ਰਬਾਬ ਵਜਾ। ਉਸ ਲੜਕੀ ਨੂੰ ਕਿਹਾ ਅੱਖਾਂ ਬੰਦ ਕਰ। ਅੱਖਾਂ ਬੰਦ ਕੀਤੀਆਂ। ਕਹਿੰਦੇ ਅੱਖਾਂ ਦੇ ਸਾਹਮਣੇ ਝਲਕ ਨਜ਼ਰ ਆਈ ਕਿ ਉਸ ਕਾਜ਼ੀ ਨੂੰ ਮੌਤ ਦੇ ਫਰਿਸ਼ਤੇ ਬਨ ਕੇ ਬੇੜੀਆਂ ਦੇ ਨਾਲ ਦੋਜ਼ਕਾਂ ਵਿੱਚ ਲਿਜਾ ਰਹੇ ਸਨ। ਪਰ ਅਚਾਨਕ ਆਕਾਸ਼ਵਾਣੀ ਹੋਈ ਕਿ ਇਸ ਪਾਸਾ ਹਲੀ ਦਾ ਲੇਖਾ ਖਤਮ ਹੋ ਗਿਆ, ਇਹ ਬਖਸ਼ਿਆ ਗਿਆ, ਇਹਨੂੰ ਜੰਨਤਾਂ ਵਿੱਚ ਭੇਜ ਦਿਓ। ਕਹਿੰਦੇ ਅਜ਼ਰਾਈਲ ਨੇ, ਮੌਤ ਦੇ ਫਰਿਸ਼ਤੇ ਨੇ ਪੁੱਛਿਆ, ਸਾਰੀ ਉਮਰ ਪਾਪ ਕਮਾਏ, ਹੁਣ ਬਖਸ਼ਿਆ ਕਿਵੇਂ ਗਿਆ? ਆਕਾਸ਼ਵਾਣੀ ਹੋਈ ਕਿ ਇਸ ਨੇ ਖੁਦਾ ਦੇ ਪਾਕ ਨੂਰ ਗੁਰੂ ਨਾਨਕ ਦੇ ਦੀਦਾਰੇ ਪਾ ਲਏ ਨੇ। ਗੁਰੂ ਨਾਨਕ ਦੇ ਦੀਦਾਰਿਆਂ ਦੇ ਨਾਲ ਇਹਦਾ ਲੇਖਾ ਫਾਟ ਗਿਆ, ਖਤਮ ਹੋ ਗਿਆ, ਉਹਨੂੰ ਜੰਨਤ ਨਸੀਬ ਹੋ ਗਈ। ਇਸੇ ਕਰਕੇ ਕਿਹਾ ਗੁਰੂ ਨਾਨਕ ਜਿਨ ਸੁਣਿਆ ਪੇਖਿਆ, ਸੇ ਫਿਰ ਕਰਭਾਸ ਨਾ ਪਰਿਆ ਰੇ। ਇਹ ਹੈ ਗੁਰੂ ਨਾਨਕ ਦੇ ਘਰ ਦੀ ਨਿਰਵੈਰਤਾ, ਇਹ ਹੈ ਇੱਕ ਓੰਕਾਰ ਦੀ ਨਿਰਵੈਰਤਾ, ਇਹ ਹੈ ਇੱਕ ਓੰਕਾਰ ਦੀ ਦਿਆਲਤਾ। ਮੈਂ ਸਮਾਪਤੀ ਵੱਲ ਚੱਲਾਂ। ਖਾਲਸਾ ਜੀ, ਇੱਕ ਓੰਕਾਰ ਦੀ ਪ੍ਰਾਪਤੀ ਉਸੇ ਨੂੰ ਹੈ, ਇੱਕ ਓੰਕਾਰ ਦੀ ਧੁਨੀ ਵਿੱਚ ਉਹੀ ਮਸਤ ਹੋ ਸਕਦਾ ਜਿਹੜਾ ਇੱਕ ਦਾ ਉਪਾਸ਼ਕ ਵੀ ਹੋ ਜਾਵੇ। ਜਿਹੜਾ ਦਰ ਦਰ ਤੇ ਭਟਕਦਾ ਹੈ ਉਹਦੇ ਤੇ ਇੱਕ ਓੰਕਾਰ ਦੀ ਰਹਿਮਤ ਨਹੀਂ ਵਰਤਦੀ। ਦਰ ਦਰ ਤੇ ਭਟਕਣ ਵਾਲੇ ਨੂੰ ਇੱਕ ਓੰਕਾਰ ਦੀ ਬਖਸ਼ਿਸ਼ ਨਹੀਂ ਮਿਲਦੀ। ਕਿਉਂਕਿ ਕਹਿੰਦੇ ਕੋਈ ਫਕੀਰ ਸੀ, ਬਾਗ ਦੇ ਵਿੱਚੋਂ ਲੰਘ ਰਿਹਾ ਸੀ। ਕਹਿੰਦੇ ਚੰਪਾ ਦਾ ਫੁੱਲ ਸੀ। ਉਹਨੇ ਵੇਖਿਆ ਬਗੀਚੇ ਦੇ ਸਾਰੇ ਫੁੱਲਾਂ ਦੇ ਉੱਤੇ ਭਵਰੇ ਆ ਕੇ ਬੈਠਦੇ, ਰਸ ਲੈਂਦੇ, ਪਰ ਚੰਪਾ ਦੇ ਫੁੱਲ ਦੇ ਉੱਤੇ ਕੋਈ ਵੀ ਨਹੀਂ ਬੈਠਦਾ। ਕਹਿੰਦੇ ਉਸ ਫਕੀਰ ਰਾਹੀ ਨੇ ਉਸ ਫੁੱਲ ਨੂੰ ਸਵਾਲ ਕੀਤਾ ਕਿ ਚੰਪਾ ਤੁਝ ਮੇਂ तीन गुण, रूप रंग अरबास, कौन सा औगण तुझ में के भवर ना बैठे पास। ਕਹਿੰਦਾ ਤੇਰੇ ਕੋਲ 3 ਗੁਣ ਨੇ, ਰੂਪ ਦਾ ਵੀ, ਰੰਗ ਦਾ ਵੀ, ਖੁਸ਼ਬੂ ਦਾ ਵੀ, ਪਰ ਭਵਰੇ ਫਿਰ ਵੀ ਤੇਰੇ ਕੋਲ ਕਿਉਂ ਨਹੀਂ ਬੈਠਦੇ? ਕਹਿੰਦਾ ਚੰਪਾ ਤੁਝ ਮੇਂ 3 गुण, रूप रंग अरबास, कौन सा औगण तुझ में भवर ना बैठे पास। ਤੇ ਅੱਗੋਂ ਚੰਪਾ ਦਾ ਫੁੱਲ ਕਹਿਣ ਲੱਗਾ, ਰਸੀਆ ਮੁਝ ਮੇਂ 3 गुण, रूप रंग अरबास, पर जगह जगह के मीत को कौन बिठाए पास। ਜਿਹੜਾ ਦਰ ਦਰ ਤੇ ਜਾ ਕੇ ਭਟਕਦਾ ਉਹਨੂੰ ਤੇ ਕੋਈ ਆਪਣੇ ਕੋਲ ਬਿਠਾਉਂਦਾ ਹੀ ਨਹੀਂ। ਜੇ ਫੁੱਲ ਉਸ ਭੌਰੇ ਨੂੰ ਆਪਣੇ ਕੋਲ ਨਹੀਂ ਬਿਠਾਉਂਦਾ, ਜਿਹੜਾ ਭੌਰਾ ਦਰ ਦਰ ਤੇ ਜਾਂਦਾ ਹੈ, ਫਿਰ ਇੱਕ ਓੰਕਾਰ ਦੀ ਪ੍ਰਾਪਤੀ ਵੀ ਉਦੋਂ ਤੱਕ ਹੋ ਨਹੀਂ ਸਕਦੀ ਜਦੋਂ ਤੱਕ ਇੱਕ ਦਰ ਦੇ ਹੋ ਕੇ ਨਹੀਂ ਬਹਿੰਦੇ। ਕਿਉਂਕਿ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਦੇ ਪਾਕ ਬੋਲ ਨੇ, ਸਿੱਖੋ ਕਿਤੇ ਨੇਤਰ ਬੰਦ ਕਰਕੇ ਇੱਕ ਓੰਕਾਰ ਦੀ ਧੁਨੀ ਅਲਾਪੋ ਤੇ ਤੁਹਾਨੂੰ ਨਜ਼ਰੀ ਆਵੇਗਾ ਕਿ ਖਾਲਕ ਖਲਕ ਖਲਕ ਦਰ ਖਾਲਕ, ਦਿਲ ਅੰਦਰ ਦੀਦਾਨ ਸਰਸਤ, ਨੂਰ ਨਾ ਅੱਲਹ ਨੂਰ ਨਾ ਰੋਸ਼ਨ, ਦਿਲ ਬਿਜ਼ਾਰਾ ਚੂਹਵਾਨਸਤ। ਜਦੋਂ ਨੇਤਰ ਬੰਦ ਕਰਕੇ ਇੱਕ ਓੰਕਾਰ ਜਪੋਗੇ, ਭਾਵਨਾ ਦੇ ਨਾਲ ਨੇਤਰ ਖੋਲ ਕੇ ਪਰਬਤਾਂ ਵੱਲ ਵੀ ਵੇਖੋਗੇ ਤੇ ਇੱਕ ਓੰਕਾਰ ਦਾ ਨੂਰ ਨਜ਼ਰ ਆਵੇਗਾ।
ਦਰਖਤਾਂ ਵੱਲ, ਬਨਸਪਤੀ ਵੱਲ, ਦਰਿਆਵਾਂ ਵੱਲ ਵੇਖੋਗੇ ਤੇ ਇੱਕ ਓੰਕਾਰ ਦਾ ਨੂਰ ਨਜ਼ਰ ਆਵੇਗਾ। ਇਹੋ ਕਾਰਨ ਸੀ ਕਲਗੀਧਰ ਜੀ ਨੇ ਕਿਹਾ, ਬੰਗ ਕੇ ਬੰਗਾਲੀ फिर हंग के फिरंगा वाली, दिल्ली के दिलवाली तेरी आज्ञा में चलत है। रोह के रुहेले माग देश के मगेले वीर, बंग सी बुंदेले पाप पुंज को मलत है। गोखा गुन गावे चीन, मचीन के शीस न्यावे, तिब्बती ध्याए दोख देह को दलत है। ते अखीर विच सतगुरु कहंदे एक ओंकार जी, जिन्हें तोहे ध्यायो तिनै पूर्ण प्रताप पायो। सर्ब धन धाम फल फूल सो फलत है। जिन्हें गुरु नानक दे एक ओंकार ब्रह्म वाक नूं रसना ते टकाया, ओनू कुछ मंगना नहीं पिया, क्योंकि गुरु नानक दी किरपा नाल किसे गल दा घाटा ही नहीं रहा। सो खालसा जी, सतगुर किरपा करन साडे हिरदे दे विच इबादत बंदगी ते एक ओंकार दा वासा हो जावे। सतगुरु गुरु ग्रंथ साहिब की हजूरी के अंदर बहुत ही सत्कारत शख्सियतां, जिथे महापुरुष संत बाबा रजिंदर सिंह जी सराणा साहब वाले, जिन्हां दे उपरालियां नाल आप सब जुड़ बैठे हो, उत्थे ही अति सत्कारयोग सिंह साहिब, ज्ञानी रघुवीर सिंह जी जथेदार तखत श्री केसगढ़ साहिब, अते संत बाबा बलजीत सिंह जी दादूवाल, जिहड़े हरियाणा गुरुद्वारा प्रबंधक कमेटी के प्रधान ने, संत बाबा जोगा सिंह जी, माता साहब देवा जी दे अस्थान करनाल तो वो भी आप संगतां दे विच हाजरियां भर रहे। ये सच है, जिथे ऐसे साधु संत महात्मा दा इकट्ठ होवे। भाई साहब भाई नंद लाल साहब जी नूं एक बारे पुछया भी जिथे साधु संत महात्मा जुड़े होण, वो जगह दी महात्म की है, उस जगह दी वडियाई की है। ते भाई नंद लाल साहब कहंदे जिथे ऐसे साधु संत महात्मा जुड़ बैठन, गुरु की संगत जुड़ बैठे, ओ मंजिले इश्क दराज अस बप नतवार रफत। कहंदे ओ केवल एक बाहरी टिकाणा नहीं रह जाता, बल्कि ओ ते खुदा दी मंजिल तक पहुंचाउण वाला एक बहुत अगम्मी दरवाजा बन जाता। सो ये सतगुरु की कृपा है। विचार करदियां नेकां भुलां होईयां आप सब संगत जी ने बख्श देना। अरदास करनी, सुनिया सुनाया ਆਪਾਂ ਸਾਰੇ ਆਪਣੇ ਜੀਵਨ ਵਿੱਚ ਕਮਾ ਸਕੀਏ ਤੇ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦਰੋਂ ਘਰੋਂ ਵਰਸਾਏ ਸ਼੍ਰੀਮਾਨ ਬਾਬਾ ਬਿਧੀ ਚੰਦ ਛੀਨਾ ਗੁਰੂ ਕਾ ਸੀਨਾ, ਉਹਨਾਂ ਦੀ ਅੰਸ਼ ਬੰਸ ਸੰਤ ਬਾਬਾ ਗੁਰਬਚਨ ਸਿੰਘ ਸਾਹਿਬ ਜੀ ਵਿਸ਼ੇਸ਼ ਤੌਰ ਤੇ ਆਪ ਸਭ ਸੰਗਤ ਵਿੱਚ ਪਹੁੰਚੇ। ਵੇਖੋ ਅੱਜ ਕੇਸਰੀ ਬਾਣਾ ਆਪ ਜੀ ਨੇ ਸਜਾਇਆ, ਬਸੰਤੀ ਦਸਤਾਰਾਂ ਸਜਾਈਆਂ। ਕਹਿੰਦੇ ਸਮਾਂ ਸੀ ਅਕਾਲ ਬੁੰਗੇ ਦੇ ਉੱਤੇ मीरी पीरी दे मालक गुरु हरगोबिंद साहब सच्चे पातशाह जी सजे, ते सच्चे पातशाह जी ने भी अपने तन दे उत्ते पीत पोशाक धरी सुख सागर, ओ कलगी गुरसीस सुहावै। धन गुरु हरगोबिंद साहब जी ने भी पीतंबर बसंती केसरी दस्तारां केसरी बाणे तन ते सजाए। अखीर बेनती करके खिमा दा जाचक होवां, अज एक बड़ा वड्डा दिहाड़ा है, दरबार ए खालसा। क्योंकि सन 1701 ਦੇ ਵਿੱਚ ਆਨੰਦਪੁਰ ਦੀ ਧਰਤੀ ਤੇ ਕਲਗੀਆਂ ਵਾਲੇ ਨੇ ਸਿਕਲੀਗਰ ਸਿੱਖਾਂ ਨੂੰ ਆਪਣੇ ਆਨੰਦਪੁਰ ਦੇ ਦਰਬਾਰ ਵਿੱਚ ਬੁਲਾਇਆ। ਮਹਾਰਾਜ ਨੇ ਆਪਣੇ ਖਜ਼ਾਨੇ ਦੇ ਮੂੰਹ ਖੋਲ ਦਿੱਤੇ। ਕਲਗੀਆਂ ਵਾਲੇ ਨੇ ਕਿਹਾ ਸਿਕਲੀਗਰ ਸਿੱਖਾਂ ਨੂੰ ਕਿ ਇਹ ਸ਼ਸਤਰ ਬਾਹਰ ਪ੍ਰਕਾਸ਼ ਕਰਕੇ ਇਹਨਾਂ ਦੀ ਸੇਵਾ ਕਰੋ। ਪੁੱਛਿਆ ਜੀ ਕਿਉਂ? ਸਤਿਗੁਰੂ ਕਹਿੰਦੇ ਅੱਜ ਦੁਸ਼ਹਿਰਾ ਹੈ, ਦੁਸ਼ਹਿਰੇ ਵਾਲੇ ਦਿਨ ਸਨਾਤਨ ਮਤ ਦੇ ਲੋਕ ਕਾਗਜ਼ਾਂ ਦਾ ਰਾਵਣ ਦਾ ਪੁਤਲਾ ਬਣਾ ਕੇ ਫੂਕਦੇ ਆ ਤੇ ਸੋਚਦੇ ਆ ਗੁਲਾਮੀ ਦੀ ਜੰਜੀਰਾਂ ਟੁੱਟ ਜਾਣਗੀਆਂ। ਪਰ ਚੇਤੇ ਰੱਖਿਓ, ਉਹ ਰਾਵਣ ਤੇ ਸਦੀਆਂ ਪਹਿਲਾਂ ਫੂਕਿਆ ਗਿਆ। ਅੱਜ ਜਿਹੜਾ ਰਾਵਣ ਘਰ ਘਰ ਬੈਠ ਕੇ ਤੁਹਾਨੂੰ ਗੁਲਾਮ ਬਣਾ ਬੈਠਾ, ਉਹ ਰਾਵਣ ਤਾਂ ਹੀ ਫੂਕਿਆ ਜਾਵੇਗਾ ਜੇ ਹੱਥਾਂ ਵਿੱਚ ਤੇਗਾਂ ਪਕੜੋਗੇ। ਕਲਗੀਧਰ ਪਾਤਸ਼ਾਹ ਜੀ ਨੇ खजाने दे मूँह खोले। अज साडे घरां दे विचों 9 इंच तो वध किरपान नहीं निकलदी ते ओहदे नाल ते खालसा जी सोधा बड़ी दूर दी गल, फल भी नहीं कटिया जांदा। पर जदों कलगियां वाले दे खजाने दा मूँह खुलिया, 1 लाख तो वध शस्त्र कलगीधर पातशाह दे सामने प्रकाश होए। सिखां ने सेवा कीती। कहंदे सेवा करदे होए एक सिख दा पैर शस्त्र नूं लग गया। सतगुरु कहंदे सिखा, ਇਹ ਕੇਵਲ ਲੋਹਾ ਨਹੀਂ,
ਇਹ ਅਕਾਲ ਪੁਰਖ ਵਾਹਿਗੁਰੂ ਦੀ ਅਗੰਮੀ ਤਾਕਤ ਭਗਉਤੀ ਹੈ। ਇਹ ਪੈਰ ਲਾਉਣ ਵਾਲੀ ਵਸਤੂ ਨਹੀਂ, ਇਹ ਤਾਂ ਮਸਤਕ ਤੇ ਲਾਉਣ ਵਾਲੀ ਵਸਤੂ ਹੈ। ਤੇ ਤਾਂ ਹੀ ਗੁਲਾਮੀ ਦੀਆਂ ਜੰਜੀਰਾਂ ਟੁੱਟਣਗੀਆਂ। ਇਸ ਕਰਕੇ ਅੱਜ ਦੇ ਦਿਨ ਹਜੂਰ ਸਾਹਿਬ ਦੀ ਧਰਤੀ, ਚਮਕੌਰ ਸਾਹਿਬ ਦੀ ਧਰਤੀ ਦੇ ਉੱਤੇ ਦਰਬਾਰ-ਏ ਖਾਲਸਾ ਸਜਾਇਆ ਜਾਂਦਾ ਹੈ। ਉਸ ਦਰਬਾਰ-ਏ ਖਾਲਸਾ ਦਿਹਾੜੇ ਦੀਆਂ ਆਪ ਸਮੁੱਚੀਆਂ ਸੰਗਤਾਂ ਨੂੰ ਬੇਅੰਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।